ਅਸੀਂ ਕਾਵਾਂ ਰੌਲੀ ਨਹੀਂ ਪਾਉਂਦੇ, ਨਾ ਹੀ ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟਾਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ ਜੀ। ਉਹਨਾਂ ਨਾਲ ਮਿਲ ਕੇ ਕੁਝ ਇੱਕ ਖਬਰਾਂ ਤੇ ਕਰਦੇ ਹਾਂ ਚਰਚਾ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ 'ਚ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ, ਤੇ TV ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਚੰਡੀਗੜ੍ਹ ਸਟੂਡੀਓ ਤੋਂ। ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਅੱਜ ਕਿਸਾਨ ਮੋਰਚੇ ਲਈ ਬਹੁਤ ਵੱਡਾ ਦਿਨ ਸੀਗਾ। ਪੂਰੇ ਭਾਰਤ 'ਚ ਇਹਦਾ ਅਸਰ ਦੇਖਣ ਨੂੰ ਕਹਿੰਦੇ ਮਿਲਿਆ। ਸਰਕਾਰ ਕੁਝ ਕਹਿ ਰਹੀ ਆ ਕਿ ਆਪੋਜੀਸ਼ਨ ਪਾਰਟੀਆਂ ਕਿਸਾਨਾਂ ਨੂੰ ਇਸਤੇਮਾਲ ਕਰ ਰਹੀਆਂ ਨੇ, ਉਹਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਹੀਆਂ ਨੇ। ਬਹੁਤ ਸਾਰੀਆਂ ਵੀਡੀਓ ਘੁੰਮ ਰਹੀਆਂ ਨੇ ਪੁਰਾਣੀਆਂ ਅੰਨਾ ਹਜ਼ਾਰੇ ਦੀ ਮੂਵਮੈਂਟ ਵੇਲੇ ਦੀਆਂ, ਜਿਹੜੀਆਂ ਗੱਲਾਂ ਉਦੋਂ ਵੱਡੇ ਲੀਡਰ BJP ਦੇ ਕਰਦੇ ਸੀ ਕਿ ਸਾਡਾ ਸੰਵਿਧਾਨ ਅਧਿਕਾਰ ਦਿੰਦਾ ਹੈ ਕਿ ਅਸੀਂ ਅੰਦੋਲਨ ਕਰ ਸਕੀਏ। ਮਨਮੋਹਨ ਸਿੰਘ ਨਾਲ ਤੇ ਕਟਾਖ ਕਰਦੇ ਸੀਗੇ, ਉਹ ਸਾਰੀਆਂ ਹੀ ਗੱਲਾਂ ਹੁਣ ਉਹ ਖੁਦ ਕਰ ਰਹੇ ਆ। ਤੇ ਅੱਜ ਦਾ ਜਿਹੜਾ ਇਹ ਸਫਲ ਹੋਇਆ ਬੰਦ, ਇਹਦੇ ਬਾਰੇ ਕੀ ਪ੍ਰਤੀਕਿਰਿਆ ਹੈ ਤੁਹਾਡੀ? ਕੀ ਪ੍ਰਤੀਕਿਰਿਆ? ਕੁਝ ਇੱਕ ਨਿਊਜ਼ ਏਜੰਸੀਆਂ ਕਹਿ ਰਹੀਆਂ ਕਿ ਰਲਿਆ ਮਿਲਿਆ ਪ੍ਰਤੀਕਰਮ ਹੈ ਤੇ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ। ਕੁਝ ਇੱਕ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਕਿ ਪੂਰੇ ਭਾਰਤ 'ਚ ਇਹਦਾ ਅਸਰ ਵੇਖਣ ਨੂੰ ਮਿਲਿਆ। ਦੇਖੋ, ਨੰਬਰ ਇੱਕ ਗੱਲ ਤਾਂ ਇਹ ਆ ਗਿੱਲ ਸਾਹਿਬ, ਬਈ ਜਿਹੜਾ ਭਾਰਤ ਬੰਦ ਹੈ, ਇਹ ਸ਼ਾਇਦ ਪਿਛਲੇ ਲੰਬੇ ਸਮੇਂ 'ਚ ਇਸ ਤਰੀਕੇ ਨਾਲ ਭਾਰਤ ਬੰਦ ਨਹੀਂ ਹੋਇਆ ਜਿਵੇਂ ਆਹ ਵਾਲਾ ਅੱਜ ਵਾਲਾ ਭਾਰਤ ਬੰਦ ਸੀ। ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇਸ਼ ਭਰ ਤੋਂ ਜਿੱਦਾਂ ਦੀਆਂ ਖਬਰਾਂ ਆਈਆਂ ਨੇ ਕਿ ਭਾਰਤ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਹੋ ਸਕਦਾ ਕੋਈ ਇੱਕ ਅੱਧਾ ਏਰੀਆ ਹੋ ਸਕਦਾ ਜਿੱਥੇ ਰਲਵਾਂ ਮਿਲਵਾਂ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਰਿਹਾ ਹੋਵੇ, ਪਰ ਓਵਰਆਲ 25 ਤੋਂ ਵੱਧ ਸੂਬਿਆਂ ਦੇ ਵਿੱਚ ਜਿਹੜਾ ਆ ਇਹ ਬੰਦ 100% ਸਫਲ ਦੱਸਿਆ ਜਾ ਰਿਹਾ ਹੈ। ਕਿਉਂਕਿ ਅਸੀਂ ਤਾਂ ਜੋ ਕੁਝ ਦੇਖਿਆ ਆਪਣੇ ਕੋਲ ਹੀ ਦੇਖਿਆ ਇੱਥੇ, ਕਿਉਂਕਿ ਬਹੁਤਾ ਕੁਝ ਜਿਹੜਾ ਮੀਡੀਆ ਆ ਉਹ ਉਸ ਢੰਗ ਨਾਲ ਦਿਖਾਉਂਦਾ ਨਹੀਂ ਹੈ। ਤੇ ਉਹ ਮੀਡੀਆ 'ਚ ਉਸ ਤਰੀਕੇ ਦੀਆਂ ਖਬਰਾਂ ਆਉਂਦੀਆਂ, ਖਾਸ ਤੌਰ ਦੇ ਉੱਤੇ ਉਹ ਮੀਡੀਆ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਨਹੀਂ ਸੋ ਕਿਸਾਨ ਅੰਦੋਲਨ ਦੇ ਖਿਲਾਫ ਹੀ ਭੁਗਤਦਾ ਰਿਹਾ, ਉਹ ਆਪਣੇ ਢੰਗ ਨਾਲ ਰਿਪੋਰਟਿੰਗ ਕਰਦਾ। ਪਰ ਅਸੀਂ ਜੋ ਇੱਥੇ ਦੇਖਿਆ, ਮਤਲਬ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਉਹ ਤਾਂ ਲਾ ਮਿਸਾਲ ਸੀ। ਤੇ ਇੱਦਾਂ ਦਾ ਲਗਭਗ ਅਸਰ ਦਾ ਦਾਅਵਾ ਜਿਹੜਾ ਆ ਸੰਯੁਕਤ ਕਿਸਾਨ ਮੋਰਚਾ ਕਰਦਾ ਹੈ, ਭਾਵੇਂ ਇੱਦਾਂ ਦਾ ਨਾ ਵੀ ਹੋਵੇ। ਪੰਜਾਬ ਵਰਗਾ, ਹਰਿਆਣੇ ਵਰਗਾ, UP ਦੇ ਬਹੁਤ ਜ਼ਿਆਦਾ ਹਿੱਸਿਆਂ ਦੇ ਵਿੱਚ ਜੋ ਕੁਝ ਦਾਅਵੇ ਕੀਤੇ ਜਾ ਰਹੇ ਹੈ, ਪਰ ਓਵਰਆਲ ਬੰਦ ਜਿਹੜਾ ਆ ਉਹ ਕਾਫੀ ਸਫਲ ਰਿਹਾ ਹੈ। ਇੱਦਾਂ ਦਾ ਸਫਲ ਬੰਦ ਪਿਛਲੇ ਲੰਬੇ ਸਮੇਂ 'ਚ ਭਾਰਤ ਵਿੱਚ ਨਹੀਂ ਹੋਇਆ। ਸੋ ਇੱਕ ਗੱਲ ਤਾਂ ਇਹ ਹੈ ਕਿ ਇਹਦੇ ਤੇ ਕੋਈ ਦੋਰਾਵਾ ਨਹੀਂ ਹੈ ਕਿ ਬੰਦ ਸਫਲ ਨਹੀਂ ਹੋਇਆ। ਬੰਦ ਬਹੁਤ ਵਧੀਆ ਸਫਲ ਹੋਇਆ, ਇਸੇ ਕਰਕੇ ਸਰਕਾਰ ਥੋੜੀ ਜਿਹੀ ਘਬਰਾਈ ਹੋਈ ਲੱਗਦੀ ਹੈ। ਦੂਜੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਜਿਸ ਤਰੀਕੇ ਦੇ ਨਾਲ ਇਹਨੂੰ ਆਰਗੇਨਾਈਜ਼ ਕੀਤਾ ਤੇ ਜਿਵੇਂ ਇਹਨੂੰ ਹਮਾਇਤ ਮਿਲੀ ਆ, ਉਹ ਆਪਣੇ ਆਪ ਦੇ ਵਿੱਚ ਲਾਮਿਸਾਲ ਹੈ। ਮਤਲਬ ਕਿਸੇ ਵੀ ਐਜੀਟੇਸ਼ਨ ਦੀ ਸਫਲਤਾ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੁੰਦਾ ਹੈ ਵੀ ਕੀ ਉਸ ਐਜੀਟੇਸ਼ਨ ਦੇ ਵਿੱਚ ਜਿਹੜਾ ਜਨ ਸਧਾਰਨ ਹੈ ਉਹਨਾਂ ਦੀ ਭੂਮਿਕਾ ਹੈ ਜਾਂ ਨਹੀਂ। ਸਫਲ ਤਾਂ ਹੀ ਹੁੰਦਾ ਕੋਈ ਵੀ ਅੰਦੋਲਨ ਜਦੋਂ ਉਹਦੇ 'ਚ ਜਨ ਸਧਾਰਨ ਦੀ ਹਮਾਇਤ ਜਿਹੜੀ ਹੈ ਸ਼ਾਮਲ ਹੋ ਜਾਂਦੀ ਹੈ। ਇਸ ਬੰਦ ਦੇ ਵਿੱਚ ਠੀਕ ਹੈ, ਰੂਟੀਨ 'ਚ ਤਕਲੀਫ ਤਾਂ ਹੁੰਦੀ ਹੈ ਆਮ ਲੋਕਾਂ ਨੂੰ, ਉਹ ਹੋਈ ਵੀ ਹੈ, ਪਰ ਆਮ ਲੋਕਾਂ ਦੀ ਹਿੱਸੇਦਾਰੀ ਜਿਹੜੀ ਹੈ ਇਸ ਅੰਦੋਲਨ ਦੇ ਵਿੱਚ, ਇਸ ਇੱਕ ਦਿਨਾਂ ਬੰਦ ਦੇ ਵਿੱਚ, ਉਹਨੇ ਇਸ ਨੂੰ ਮੁਕੰਮਲ ਤੌਰ ਦੇ ਉੱਤੇ ਸਫਲ ਬਣਾਇਆ। ਸੋ ਇਹਦੇ 'ਚ ਇਕੱਲੇ ਕਿਸਾਨ ਨਹੀਂ, ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ, ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੀਆਂ, ਚਾਹੇ ਉਹ ਸਰਕਾਰੀ ਜਿਹੜੇ ਅਦਾਰੇ ਆ ਉਹਦੇ 'ਚ ਕੰਮ ਕਰਨ ਵਾਲੀਆਂ ਜਥੇਬੰਦੀਆਂ,
ਚਾਹੇ ਉਹ ਜਨਤਕ ਪੱਧਰ ਦੀਆਂ ਹੋਰ ਜਥੇਬੰਦੀਆਂ ਹੈ ਜਿਹੜੀਆਂ ਗੈਰ ਸਰਕਾਰੀ ਹੈ, ਉਹਨਾਂ ਦੀ ਪੂਰਨ ਹਮਾਇਤ ਨੇ ਇਸ ਬੰਦ ਨੂੰ ਸਫਲ ਬਣਾਇਆ। ਮਿਸਾਲ ਦੇ ਤੌਰ ਤੇ ਜਿਹੜਾ ਬੈਂਕਾਂ ਦਾ ਪੂਰੀ ਦਾ ਪੂਰਾ ਸਿਸਟਮ ਹੈ ਉਹ ਵੀ ਠੱਪ ਰਿਹਾ। ਸੋ ਬੈਂਕਾਂ 'ਚ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਆਲ ਇੰਡੀਆ ਬੈਂਕ ਐਸੋਸੀਏਸ਼ਨਸ ਦੇ ਅੰਡਰ, ਉਹਨਾਂ ਸਾਰਿਆਂ ਵੱਲੋਂ ਇਸ ਬੰਦ ਦੀ ਹਮਾਇਤ ਕੀਤੀ ਗਈ ਸੀ। ਏਦਾਂ ਹੀ ਟ੍ਰੇਡ ਯੂਨੀਅਨਸ ਜਿਹੜੀਆਂ ਬਾਕੀ ਹੈਗੀਆਂ ਉਹਨਾਂ ਸਾਰਿਆਂ ਨੇ ਇਸ ਬੰਦ ਦੀ ਹਮਾਇਤ ਕੀਤੀ। ਏਦਾਂ ਹੀ ਜਨਤਕ ਖੇਤਰ 'ਚ ਕੰਮ ਕਰਦੀਆਂ ਜਿਹੜੀਆਂ ਜਥੇਬੰਦੀਆਂ, ਚਾਹੇ ਮਜ਼ਦੂਰਾਂ ਦੀਆਂ ਨੇ, ਕਿਸਾਨ ਜਥੇਬੰਦੀਆਂ ਤਾਂ ਹੈਗੀਆਂ ਸੀ, ਮਜ਼ਦੂਰਾਂ ਦੀਆਂ ਜਥੇਬੰਦੀਆਂ ਜਿਹਦੇ 'ਚ ਵੱਖਰੇ ਵੱਖਰੇ ਮਜ਼ਦੂਰ ਨੇ, ਤੇ ਉਹਨਾਂ ਸਾਰਿਆਂ ਨੇ ਇਸ ਬੰਦ ਦੀ ਹਮਾਇਤ ਕੀਤੀ, ਤਾਂ ਇਹ ਬੰਦ ਜਿਹੜਾ ਮੁਕੰਮਲ ਸਫਲ ਹੋਇਆ। ਇਸੇ ਕਰਕੇ ਦਾਅਵਾ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਵੱਲੋਂ ਵੀ ਤੇ ਆਲ ਇੰਡੀਆ ਕਿਸਾਨ ਸਭਾ ਵੱਲੋਂ ਵੀ 25 ਸੂਬਿਆਂ 'ਚ ਇਹ ਬੰਦ ਜਿਹੜਾ ਮੁਕੰਮਲ ਰਿਹਾ, ਤੇ ਇਹਦਾ ਇੱਕ ਅਸਰ ਸਰਕਾਰ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਨੇ ਭਾਵੇਂ ਰੂਟੀਨ ਦੀ ਗੱਲ ਕੀਤੀ ਹੈ, ਨਰਿੰਦਰ ਤੋਮਰ ਨੇ, ਖੇਤੀ ਮੰਤਰੀ ਜਿਹੜਾ ਹੈਗਾ, ਜਿਹੜੀਆਂ ਗੱਲਾਂ ਅੱਗੇ ਕਰਦਾ ਵੀ ਹਾਂ ਜਿਹੜੇ ਇਤਰਾਜ਼ ਨੇ ਕਿਸਾਨਾਂ ਦੇ ਅਸੀਂ ਉੱਤੇ ਗੱਲ ਕਰਨ ਨੂੰ ਤਿਆਰ ਹੈ, ਪਰ ਉਸੇ ਦਿਨ ਗੱਲ ਕਰਨੀ ਜਿਸ ਦਿਨ ਬੰਦ ਹੈ, ਇਹਦਾ ਮਤਲਬ ਹੈ ਕਿ ਸਰਕਾਰ ਜਿਹੜੀ ਹੈ ਉਹ ਅੰਦਰੋਂ ਕਿਤੇ ਨਾ ਕਿਤੇ ਖੌਫਜ਼ਦਾ ਤਾਂ ਹੈ, ਤੇ ਉਹਨਾਂ ਦਾ ਇਹ ਖੌਫ ਕਦੋਂ ਮੁਕੰਮਲ ਰੂਪ 'ਚ ਬਾਹਰ ਨਿਕਲਦਾ, ਇਹ ਵੀ ਸੰਭਾਵਨਾਵਾਂ ਜਿਹੜੀਆਂ ਆ ਪ੍ਰਗਟ ਕੀਤੀਆਂ ਜਾ ਰਹੀਆਂ ਕਿ ਛੇਤੀ ਇਸ ਪਾਸੇ ਵੱਲ ਨੂੰ ਸਰਕਾਰ ਨੂੰ ਵਧਣਾ ਪਏਗਾ। ਜੀ, ਤੋਮਰ ਇਹਨਾਂ ਦਾ ਇੱਕ ਬਿਆਨ ਚਰਚਾ 'ਚ ਆ ਰਿਹਾ ਸੋਸ਼ਲ ਮੀਡੀਆ ਤੇ ਵੀ, ਉਹਨਾਂ ਕਿਹਾ ਕਿ ਸਾਨੂੰ ਚਾਹੇ 10 ਸਾਲ ਇਹ ਲੜਾਈ ਲੜਨੀ ਪਏ, ਅਸੀਂ ਇਹ ਲੜਾਈ ਜਾਰੀ ਰੱਖਾਂਗੇ। ਤੇ ਦੂਜੇ ਪਾਸੇ ਉਹਨਾਂ BBC ਨੂੰ ਇੰਟਰਵਿਊ ਦੇ ਵਿੱਚ ਕਿਹਾ ਕਿ ਅਸੀਂ ਸਭ ਕੁਝ ਤੇ ਨਹੀਂ ਸੀ ਨਾ ਬੰਦ ਕਰ ਸਕਦੇ, ਬਹੁਤ ਸਫਲ ਰਿਹਾ, ਪਰ ਸਾਰਾ ਕੁਝ ਅਸੀਂ ਖੁਦ ਹੀ ਬੰਦ ਨਹੀਂ ਸੀ ਕਰ ਸਕਦੇ, ਲੋਕਾਂ ਦਾ ਆਉਣਾ ਜਾਣਾ ਬੰਦ ਕਰਨਾ ਜਿਹੜਾ ਉਹ ਠੀਕ ਨਹੀਂ ਸੀਗਾ। ਦੂਜੇ ਪਾਸੇ ਹਰਿਆਣੇ ਦੀ ਸਰਕਾਰ ਕਹਿ ਰਹੀ ਕਿ ਅਸੀਂ ਆਪਣੀ ਟਰਾਂਸਪੋਰਟ ਡਿਪਾਰਟਮੈਂਟ ਵਗੈਰਾ ਪੂਰੀ ਤਰ੍ਹਾਂ ਚਾਲੂ ਰੱਖਿਆ, ਅਸੀਂ ਸਫਲ ਰਹੇ ਹਾਂ ਕਿ ਲੋਕਾਂ ਨੂੰ ਆਵਾਜਾਈ 'ਚ ਵਿਘਨ ਨਾ ਪਵੇ। ਨਹੀਂ, ਇਸ ਤਰ੍ਹਾਂ ਨਹੀਂ ਹੈ। ਚਲੋ ਦਾਅਵੇ ਆਪਣੀ ਥਾਂ ਦੇ ਉੱਤੇ ਆ, ਲੋਕਾਂ ਨੂੰ ਕੋਈ ਵਿਘਨ ਨਾ ਪਵੇ, ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ, ਇਹ ਤਾਂ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ। ਜਿਹੜੀਆਂ ਐਮਰਜੈਂਸੀ ਸੇਵਾਵਾਂ ਸੀਗੀਆਂ ਉਹਦੇ ਲਈ ਲੋਕਾਂ ਨੂੰ ਆਉਣ ਜਾਣ ਦਿੱਤਾ ਗਿਆ। ਮੇਰੇ ਕੋਲ ਹੀ ਸਵੇਰੇ ਏਅਰਪੋਰਟ ਤੇ, ਚੰਡੀਗੜ੍ਹ ਏਅਰਪੋਰਟ ਤੇ ਜਾਣ ਵਾਸਤੇ ਮੇਰੇ ਇੱਕ ਦੋਸਤ ਦੀ ਪੂਰੀ ਫੈਮਿਲੀ ਜਿਹੜੀ ਗਈ ਹੈ। ਰਸਤੇ 'ਚ ਉਹਨਾਂ ਨੂੰ ਤੁਸੀਂ ਦੇਖ ਲਓ, ਸਾਡੇ ਘਰ ਤੋਂ ਏਅਰਪੋਰਟ ਜਿਹੜਾ ਆ ਚੰਡੀਗੜ੍ਹ ਏਅਰਪੋਰਟ ਸਾਡੇ ਘਰ ਤੋਂ 20 ਕਿਲੋਮੀਟਰ ਹੈ। ਉਸ 20 ਕਿਲੋਮੀਟਰ ਦੇ ਏਰੀਏ 'ਚ ਉਹਨਾਂ ਨੂੰ 10 ਥਾਵਾਂ ਤੇ ਰੋਕਿਆ ਗਿਆ, ਪਰ ਉਹਨਾਂ ਨੇ ਜਦੋਂ ਹਵਾਈ ਟਿਕਟ ਆਪਣੀ ਦਿਖਾਤੀ ਤੇ ਉਹਨਾਂ ਨੂੰ ਆਰਾਮ ਦੇ ਨਾਲ, ਸਤਿਕਾਰ ਦੇ ਨਾਲ ਲਾਂਘਾ ਦੇ ਦਿੱਤਾ ਗਿਆ। ਸੋ ਜਿਹੜੀ ਕੋਈ ਐਮਰਜੈਂਸੀ ਸੇਵਾਵਾਂ ਸੀਗੀਆਂ ਉਹਨਾਂ ਵਾਸਤੇ ਜਿਹੜਾ ਲੌਜਿਕ ਕੋਈ ਜਿਹੜਾ ਸਹੀ ਕਾਰਨ ਹੈ ਉਹ ਦੱਸ ਕੇ ਲੋਕ ਜਾਂਦੇ ਰਹੇ ਨੇ, ਲੋਕਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਦਿੱਤੀ ਗਈ। ਪਰ ਜਿਹੜੇ ਹਰਿਆਣਾ ਸਰਕਾਰ ਦੇ ਦਾਅਵੇ ਹੈ ਜਾਂ ਭਾਰਤ ਦੇ ਖੇਤੀ ਮੰਤਰੀ ਦੇ ਦਾਅਵੇ ਆਪਣੀ ਥਾਂ ਤੇ ਹੈ, ਉਹ ਕਰ ਸਕਦੇ ਨੇ ਦਾਅਵੇ ਇਸ ਤਰ੍ਹਾਂ ਦੇ, ਪਰ ਓਵਰਆਲ ਜਿੱਦਾਂ ਦੀਆਂ ਸਾਡੇ ਕੋਲ ਖਬਰਾਂ ਹੈ, ਚਾਹੇ ਉਹ ਹਰਿਆਣਾ ਆ, ਚਾਹੇ ਯੂਪੀ ਦੇ ਲਗਭਗ ਸਾਰੇ ਹਿੱਸਿਆਂ ਦੇ ਵਿੱਚ, ਤੇ ਪੰਜਾਬ ਤਾਂ ਹੈ ਹੀ, ਵੀ ਇਸ ਬੰਦ ਦਾ ਬਹੁਤ ਜ਼ਿਆਦਾ ਅਸਰ ਰਿਹਾ। ਕਿਤੇ ਕਿਤੇ ਝਗੜੇ ਵੀ ਦਿਖਾਈ ਦਿੱਤੇ ਆ, ਲੋਕ ਝਗੜਦੇ ਵੀ ਦਿਖਾਈ ਦਿੱਤੇ ਆ, ਤੇ ਜਿਹੜੇ ਇਸ ਤਰ੍ਹਾਂ ਦੇ ਚੈਨਲ ਹੈ ਉਹ ਜਾਣਬੁੱਝ ਕੇ ਇਦਾਂ ਦੀਆਂ ਚੀਜ਼ਾਂ ਨੂੰ ਜ਼ਿਆਦਾ ਦਿਖਾਉਂਦੇ ਆ ਵੀ ਲੋਕ ਜਿਹੜੀ ਝਗੜ ਰਹੇ ਆ ਜੀ ਕਿਸਾਨਾਂ ਨਾਲ, ਤੇ ਉਹ ਕਿਤੇ ਕਿਤੇ ਹੋਈਆਂ ਘਟਨਾਵਾਂ। ਹੁਣ ਇਹ ਥੋੜ੍ਹਾ ਆ ਵੀ ਹਰੇਕ ਦਾ IQ, ਜਿਹੜੇ ਥੱਲੇ ਲੋਕ ਲੜਦੇ ਆ ਉਹ ਹਰੇਕ ਬੰਦਾ ਏਦਾਂ ਹੀ ਸੋਚਦਾ ਹੋਵੇ ਜਿੱਦਾਂ ਲੀਡਰਸ਼ਿਪ ਸੋਚਦੀ ਹੈ। ਸੋ ਉਹਨਾਂ ਦੇ ਵਿੱਚ ਜੋਸ਼ ਵੀ ਹੁੰਦਾ ਆ ਤੇ ਤਹੱਮਲ ਦੀ ਥੋੜ੍ਹੀ ਘਾਟ ਹੁੰਦੀ ਹੈ, ਗੁੱਸਾ ਵੀ ਹੁੰਦਾ ਹੈ, ਤੋ ਇਸ ਕਰਕੇ ਕੁਝ ਘਟਨਾਵਾਂ ਵੀ ਵਾਪਰ ਜਾਂਦੀਆਂ। ਪਰ ਹਰਿਆਣਾ ਦੀ ਸਰਕਾਰ ਦੇ ਦਾਅਵੇ ਆਪਣੀ ਥਾਂ ਦੇ ਉੱਤੇ ਹੈ। ਭਾਰਤ ਦਾ ਖੇਤੀ ਮੰਤਰੀ ਜਿਹੜਾ ਆ ਉਹ ਹਮੇਸ਼ਾ ਹੀ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਉਹਦੇ 'ਚ ਆਪਾਂ ਨੂੰ ਪਤਾ ਵੀ ਕਿੰਨਾ ਝੂਠ ਦਾ ਰਲਾ ਹੁੰਦਾ। ਤੋ ਸਰਕਾਰ ਜਿਹੜਾ ਹੈ ਉਹਨੇ ਝੂਠ ਬੋਲਣ ਤੇ ਲੱਕ ਬੰਨਿਆ ਹੋਇਆ, ਪਰ ਕਿਸਾਨ ਜਥੇਬੰਦੀਆਂ ਹੁਣ ਨਵੇਂ ਸਿਰੋਂ ਆਉਣ ਵਾਲਾ ਜਿਹੜਾ ਅੰਦੋਲਨ ਹੈ ਉਹਨੂੰ ਵਿਉਂਤਣ 'ਚ ਲੱਗ ਗਈਆਂ। ਤੇ ਕਨਸੋਆਂ ਇਹ ਹੈ ਕਿ ਸਰਕਾਰ ਜੋ ਮਰਜ਼ੀ ਕਹੀ ਜਾਵੇ, ਪਰ ਕੁਝ ਲੋਕਾਂ ਨੂੰ ਵਿੱਚ ਪਾ ਕੇ ਆਉਣ ਵਾਲੇ 15-20 ਦਿਨ ਇਸ ਅੰਦੋਲਨ ਲਈ ਬੜੇ ਅਹਿਮ ਦੱਸੇ ਜਾ ਰਹੇ ਹੈ। ਕੁਝ ਲੋਕਾਂ ਨੂੰ ਵਿੱਚ ਪਾ ਕੇ ਇਸ ਅੰਦੋਲਨ ਨੂੰ ਕਿਸੇ ਨਾ ਕਿਸੇ ਤਣ ਪੱਤਣ ਲਾਉਣ ਦੀ ਕੋਸ਼ਿਸ਼ ਜ਼ਰੂਰ ਹੋਏਗੀ, ਕਿਉਂਕਿ ਜਿਹੜੀਆਂ ਸਪੈਸ਼ਲੀ ਚੋਣਾਂ ਨੇ 5 ਸੂਬਿਆਂ ਦੀਆਂ, ਉਹ ਜਿੱਦਾਂ ਨੇੜੇ ਆ ਰਹੀਆਂ, ਉਹ ਸਿਰ ਦੀ ਪੀੜ ਬਣ ਰਹੀਆਂ ਨੇ ਸਰਕਾਰ ਵਾਸਤੇ। ਸਰਕਾਰ ਨੂੰ ਇਸ ਪਾਸੇ ਵੱਲ ਵਧਣਾ ਹੀ ਪਏਗਾ। ਜੀ ਦਸਾਂ ਸਾਹਿਬ, ਇਹ ਤੇ ਗੱਲ ਆਪਾਂ ਲੋਕ ਸੋਚਦੇ ਆ ਨਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਬੰਗਾਲ ਦੇ ਵਿੱਚ ਕਿਸਾਨਾਂ ਨੇ ਜਾ ਕੇ ਰਾਜਨੀਤੀ ਥੋੜ੍ਹੀ ਜਿਹੀ ਬਦਲਾਅ ਲਿਆਂਦਾ ਆ,
ਜਿਨ੍ਹਾਂ 'ਚ ਇਹਨਾਂ ਦਾ ਅਸਰ ਜ਼ਿਆਦਾ ਸਟੇਟਾਂ ਦੇ ਵਿੱਚ, ਉੱਥੇ ਉਹ ਜ਼ਿਆਦਾ ਵੱਡਾ ਧਮਾਕਾ ਕਰ ਸਕਦੇ ਆ ਔਰ ਉਹਨਾਂ ਨੂੰ ਇਸ ਗੱਲ ਦੀ ਹੋ ਸਕਦਾ ਚਿੰਤਾ ਹੋਵੇ। ਪਰ ਅਸੀਂ ਹਰ ਰੋਜ਼ ਇਹ ਸ਼ਬਦ ਵਰਤਦੇ ਨੇ ਆ ਕਿ ਸਰਕਾਰ ਨੂੰ ਡਰ ਲੱਗਣ ਲੱਗਿਆ, ਪਰ ਡਰ ਲੱਗਦਾ ਕਿਤੇ ਨਜ਼ਰ ਤੇ ਆਉਂਦਾ ਨਹੀਂ। ਉਹਨਾਂ ਦੇ ਜਿਹੜੇ ਹੈਗੇ ਨੇ ਕੁਝ ਇੱਕ MP ਵਗੈਰਾ, ਉਹ ਤੇ ਬੇਖੌਫ ਪੋਸਟਾਂ ਪਾਈ ਜਾਂਦੇ ਨੇ। ਅੱਜ ਇੱਕ ਨੇ ਪਾਈ ਸੀਗੀ ਕਿ ਅੱਜ ਕਿੰਨੇ ਗਰੀਬਾਂ ਦਾ ਚੁੱਲ੍ਹਾ ਨਹੀਂ ਬਲਣਾ, ਕਿੰਨੇ ਮਜ਼ਦੂਰਾਂ ਦਾ ਚੁੱਲ੍ਹਾ ਨਹੀਂ ਬਲਣਾ, ਯਾਨੀ ਕਿ ਤੇ ਉਹਨੂੰ ਲੋਕਾਂ ਨੇ ਲਾਹਨਤਾਂ ਪਾਈਆਂ ਕਿ ਚੁੱਲ੍ਹਾ ਤੇ ਤੁਹਾਡੀ ਵਜ੍ਹਾ ਕਰਕੇ ਨਹੀਂ ਬਲ ਰਿਹਾ, ਤੇ ਚੁੱਲ੍ਹੇ ਬਾਲਣ ਲਈ ਸਾਰਾ ਇਹ ਅੰਦੋਲਨ ਹੋ ਰਿਹਾ। ਸੋ ਅਜੇ ਤੱਕ ਸਰਕਾਰ ਕਿਤੇ ਝੁਕਦੀ ਜਾਂ ਕਿਤੇ ਉਹਨਾਂ ਦੇ ਬਿਆਨਾਂ ਤੋਂ ਜਾਂ ਉਹਨਾਂ ਦੇ ਕਿਸੇ ਐਕਸ਼ਨ ਤੋਂ ਇਹ ਤਾਂ ਨਜ਼ਰ ਨਹੀਂ ਆਉਂਦਾ ਕਿ ਉਹ ਡਰੇ ਆ। ਇਸੇ ਗੱਲ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਕਹਿ ਦਿੰਦੇ ਨੇ ਕਿ ਨਹੀਂ ਜੀ ਹੋਣਾ ਕੁਝ ਨਹੀਂ, ਜੋ ਮਰਜ਼ੀ ਕਰ ਲੈਣ ਕਿਸਾਨ, ਮੋਦੀ ਹੀਰਾਂ ਦਾ ਜਿਹੜਾ ਵਤੀਰਾ ਆ ਉਹਨਾਂ ਨੇ ਕਰਨਾ ਨਹੀਂ ਕੁਝ। ਸਾਡੇ ਵੀ ਇੱਥੇ ਡਾਕਟਰ ਸ਼ਾਰਦਾ ਰਵੀ ਕਹਿ ਦਿੰਦੇ ਆ ਵੇਖ ਲਿਓ ਕੁਝ ਨਹੀਂ ਹੋਣਾ, ਇਹ 'ਚੋਂ ਕੁਝ ਨਹੀਂ ਨਿਕਲਣਾ। ਸੋ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਆ ਉਹ ਚੱਲਦੇ ਆ ਤੇ ਡਰ ਦੋਨੇ ਪਾਸੇ ਬਣਿਆ ਹੋਇਆ। ਜੇ ਸਰਕਾਰ ਡਰੀ ਆ ਤੇ ਲੋਕ ਵੀ ਇਸ ਗੱਲ ਨੂੰ ਲੈ ਕੇ ਘਬਰਾਹਟ 'ਚ ਨੇ ਕਿ ਜੇ ਕਿਤੇ ਮੋਦੀ ਰੀ ਇਸ ਗੱਲ ਤੇ ਆ ਗਏ ਵੀ ਅਸੀਂ ਬਿਲਕੁਲ ਹੀ ਨਹੀਂ ਝੁਕਣਾ, ਤੇ ਫਿਰ ਜਾਂ ਤੇ ਬਹੁਤ ਵੱਡੀ ਡਿਸਟਰਬੈਂਸ ਹੋਏਗੀ ਤੇ ਜਾਂ ਫਿਰ ਨੁਕਸਾਨ ਬਹੁਤ ਵੱਡਾ ਹੋਏਗਾ। ਪਤਾ ਨਹੀਂ ਹੁਣ ਕੀ ਬਣਦਾ। ਦੇਖੋ, ਜਿਸ ਢੰਗ ਦਾ ਅੰਦੋਲਨ ਚੱਲ ਰਿਹਾ ਹੈ, ਜਿਵੇਂ 10 ਮਹੀਨੇ ਹੋ ਗਏ ਨੇ, ਤੇ ਜਿਸ ਤਹੱਮਲ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਅੰਦੋਲਨ ਲੜਿਆ ਜਾ ਰਿਹਾ ਹੈ, ਤੇ ਸਭ ਤੋਂ ਮਹੱਤਵਪੂਰਨ ਹੈ ਕਿ ਜਿੱਦਾਂ ਇਸ ਅੰਦੋਲਨ ਦੇ ਵਿੱਚ ਏਕਤਾ ਬਣੀ ਹੋਈ ਹੈ, ਤੇ ਜਿਵੇਂ ਇਸ ਅੰਦੋਲਨ ਦਾ ਫੈਲਾਅ ਹੋਇਆ, ਤੇ ਜਿਵੇਂ ਅੰਦੋਲਨਕਾਰੀਆਂ ਨੇ ਜਾਂ ਅੰਦੋਲਨ ਨੂੰ ਲੀਡ ਕਰਨ ਵਾਲੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਦੇ ਉੱਤੇ ਫੈਸਲਾ ਕੀਤਾ ਹੋਇਆ ਵੀ ਜਿੰਨਾ ਮਰਜ਼ੀ ਸਮਾਂ ਲੱਗ ਜਾਏ ਅਸੀਂ ਇਸ ਅੰਦੋਲਨ ਨੂੰ ਅੱਗੇ ਵਧਾਉਣਾ ਹੈ। ਮੈਂ ਕਈ ਵਾਰੀ ਕਿਹਾ ਕਿ ਇਸ ਅੰਦੋਲਨ ਨੇ ਲਗਾਤਾਰ ਆਪਣੇ ਰੂਪ ਬਦਲੇ ਹੈ, ਭਵਿੱਖ ਦੇ ਵਿੱਚ ਵੀ ਇਹਦਾ ਰੂਪ ਬਦਲ ਸਕਦਾ ਹੈ, ਪਰ ਇਹ ਅੰਦੋਲਨ ਰੁਕਣ ਵਾਲਾ ਨਹੀਂ ਹੈ। ਸੋ ਜੇ ਸਰਕਾਰ ਇਹ ਸਮਝਦੀ ਹੈ ਕਿ ਇਹਨਾਂ ਨੂੰ ਹਕਾ ਕੇ ਥਕਾ ਕੇ ਦਿੱਲੀ ਦੇ ਬਾਰਡਰਸ ਤੋਂ ਉਠਾ ਦਿੱਤਾ ਜਾਊਗਾ, ਅੰਦੋਲਨ ਖਤਮ ਹੋ ਜਾਊਗਾ, ਸ਼ਾਇਦ ਉਹਦੇ ਮਨ 'ਚ ਇੱਦਾਂ ਦੀ ਗੱਲ ਹੋਏ ਸਰਕਾਰ ਦੇ, ਪਰ ਇਹ ਪੋਸੀਬਿਲਿਟੀ ਨਹੀਂ ਹੈ। ਮੈਂ ਅੱਗੇ ਵੀ ਕਿਹਾ, ਹੁਣ ਵੀ ਕਹਿਣਾ ਕਿ ਹੋ ਸਕਦਾ ਕੱਲ ਨੂੰ ਜਿਹੜੇ ਦਿੱਲੀ ਦੇ ਬਾਰਡਰਸ ਜਿਹੜੇ ਆ ਉਹ ਖਾਲੀ ਕਰਵਾ ਲਏ ਜਾਣ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਾਂ ਖੁਦ ਕਿਸਾਨ ਖਾਲੀ ਕਰ ਦੇਣ, ਪਰ ਉਦੋਂ ਤੱਕ ਇਸ ਅੰਦੋਲਨ ਦੀ ਕਾਇਆ ਬਦਲ ਚੁੱਕੀ ਹੋਏਗੀ, ਅੰਦੋਲਨ ਦਾ ਰੂਪ ਬਦਲ ਚੁੱਕਾ ਹੋਏਗਾ, ਅੰਦੋਲਨ ਅੱਗੇ ਵੱਧ ਚੁੱਕਾ ਹੋਊਗਾ। ਸੋ ਅੱਗੇ ਕਿੱਦਾਂ ਵਧਣਾ ਕਿੱਦਾਂ ਨਹੀਂ, ਇਹਦੀ ਤਾਂ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ, ਪਰ ਇਹ ਅੰਦੋਲਨ ਰੁਕਣ ਵਾਲਾ ਨਹੀਂ ਹੈ। ਸੋ ਸਰਕਾਰ, ਜਦੋਂ ਅਸੀਂ ਕਹਿੰਦੇ ਆ ਕਿ ਖੌਫਜ਼ਦਾ ਆ, ਤਾਂ ਉਹ ਕਈ ਵਾਰੀ ਦਿਖਾਈ ਦਿੰਦੀ ਹੈ। ਸਰਕਾਰ ਸਿਰਫ ਤੇ ਸਿਰਫ ਮਤਲਬ ਦਿਖਾਵੇ ਵਾਸਤੇ ਬਹੁਤ ਸਾਰੀਆਂ ਗੱਲਾਂ ਕਰਦੀ ਹੈ। ਜਦੋਂ ਭਾਰਤ ਬੰਦ ਹੋ ਰਿਹਾ ਸੀ, ਉਦੋਂ ਆਯੁਸ਼ਮਾਨ ਜਿਹੜਾ ਕੋਈ ਮਿਸ਼ਨ ਆ ਉਹਦੇ 'ਚ ਭਾਸ਼ਣ ਕਰ ਰਹੇ ਸੀ, ਦੇਸ਼ ਨੂੰ ਸੰਬੋਧਨ ਹੋ ਰਿਹਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਮਤਲਬ ਉਹਨਾਂ ਨੂੰ ਇਸ ਇਹ ਲੱਗਦਾ ਵੀ ਜਿੱਦਾਂ ਸੱਚੀ ਕੋਈ ਫਿਕਰ ਨਹੀਂ ਹੁੰਦਾ ਵੀ ਦੂਜੇ ਬੰਦੇ ਜਦੋਂ ਅਮਰੀਕਾ ਸੀਗੇ ਉਹ ਉੱਥੇ ਵੀ ਸਿੰਬੋਲਿਕਲੀ ਜਿਸ ਤਰ੍ਹਾਂ ਦਾ ਵਿਰੋਧ ਦੇਖਣ ਨੂੰ ਮਿਲਿਆ, ਉਹ ਕਿਤੇ ਨਾ ਕਿਤੇ ਤਾਂ ਦਿਲ ਤੇ ਲੱਗਦੀ ਹੋਊਗੀ। ਇਹ ਤਾਂ ਹੈ ਨਹੀਂ, ਬੇਲਾਗ ਤਾਂ ਕੋਈ ਰਹਿ ਨਹੀਂ ਸਕਦਾ। ਮਤਲਬ ਠੀਕ ਹੋ ਤੁਸੀਂ, ਠੀਕ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਹੋ, ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਤੁਹਾਡੇ ਕੋਲ ਤਾਕਤ ਹੈ, ਪਰ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ, ਤੇ ਤੁਸੀਂ ਉਹ ਤੋਂ ਬੇਲਾਗ ਹੋਣ ਦੀ ਐਕਟਿੰਗ ਤਾਂ ਕਰ ਸਕਦੇ ਹੋ, ਬੇਲਾਗ ਰਹਿ ਨਹੀਂ ਸਕਦੇ। ਸੋ ਜਿਹੜਾ ਮਤਲਬ ਉਹ ਕਰ ਰਹੇ ਨੇ, ਚਾਹੇ ਪ੍ਰਧਾਨ ਮੰਤਰੀ ਆ ਜਾਂ ਸਰਕਾਰ ਦੇ ਲੋਕ, ਉਹ ਅਸਲ ਦੇ ਵਿੱਚ ਐਕਟਿੰਗ ਕਰ ਰਹੇ ਨੇ ਵੀ ਨਹੀਂ ਅਸੀਂ ਡਰੇ ਹੋਏ ਨਹੀਂ ਹੈ, ਨਹੀਂ ਅਸੀਂ ਆਹ ਕੁਝ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ। ਇਹ ਅਦਾਕਾਰੀ ਹੈ, ਤੇ ਅਦਾਕਾਰੀ ਦੇ ਵਿੱਚ ਤਾਂ ਸ਼ਾਇਦ ਦੁਨੀਆ ਦਾ ਕੋਈ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਮੰਜੇ ਹੋਏ ਅਦਾਕਾਰ ਨੇ, ਤੇ ਇਸ ਅਦਾਕਾਰੀ ਦਾ ਜਵਾਬ ਤਾਂ ਲੋਕ ਦੇ ਹੀ ਰਹੇ ਨੇ। ਤੇ ਮੈਨੂੰ ਇਹ ਲੱਗਦਾ ਕਿ ਆਹ ਮਹੀਨਾ ਜਿਹੜਾ ਚੜ੍ਹਦਾ ਮਹੀਨਾ ਹੈ ਅਕਤੂਬਰ ਦਾ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਮਸਲੇ ਨੂੰ ਲੈ ਕੇ। ਜੋ ਖਬਰਾਂ ਆ ਰਹੀਆਂ ਹੈ ਕਿ ਅੰਦਰ ਖਾਤੇ ਸਰਕਾਰ ਜਿਹੜੀ ਹੈ ਕੋਈ ਨਾ ਕੋਈ ਵਿਚੋਲੀਏ ਵਿੱਚ ਪਾ ਕੇ ਕਿਸਾਨਾਂ ਨਾਲ ਫੇਰ ਤੋਂ ਡਾਇਲੋਗ ਕਰਨ ਦੀ ਚਾਹਵਾਨ ਹੈ। ਇੱਕ ਖਬਰ ਇਹ ਵੀ ਆਈ ਹੈ ਅੰਦਰੋਂ, ਜੋ ਕਿਹਾ ਗਿਆ ਵੀ ਜਿਹੜਾ MSP ਦਾ ਗਰੰਟੀ ਕਾਨੂੰਨ ਹੈ ਉਹਦੇ 'ਚ ਤਾਂ ਸਰਕਾਰ ਲਗਭਗ ਸਹਿਮਤ ਹੋ ਗਈ ਹੈ ਵੀ ਠੀਕ ਹੈ MSP ਤੇ ਗਰੰਟੀ ਕਾਨੂੰਨ ਬਣਾ ਹੀ ਦਿੰਦੇ ਆ, ਪਰ ਜਿਹੜੇ 3 ਖੇਤੀ ਕਾਨੂੰਨ ਰੱਦ ਕਰਨ ਦਾ ਮਸਲਾ ਹੈ, ਉੱਥੇ ਰੱਦ ਸ਼ਬਦ ਜਿਹੜਾ ਹੈ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਉਹਦਾ ਕੋਈ ਨਾ ਕੋਈ ਉਹ ਮਤਲਬ ਆਊਟ ਲੱਭ ਰਿਹਾ ਵੀ ਕਿਵੇਂ ਕਿਸਾਨਾਂ ਨੂੰ ਜਿਹੜਾ ਆ ਤਸੱਲੀ ਦਵਾਈ ਜਾ ਸਕਦੀ ਹੈ। ਸੋ ਇਹ ਦਿਖਾਵਾ ਹੋ ਰਿਹਾ। ਦਿਖਾਵਾ ਇਹੀ ਹੈ ਕਿ ਸਰਕਾਰ ਬੜੀ ਮਜ਼ਬੂਤ ਹੈ, ਸਰਕਾਰ ਡਰੀ ਹੋਈ ਨਹੀਂ ਹੈ। ਇਸ ਤੋਂ ਬਾਹਰ ਕਿੱਦਾਂ ਨਿਕਲਣਾ ਹੈ ਇਸ ਸੰਕਟ ਚੋਂ, ਉਹਦੀ ਵਿਧੀ ਜਿਹੜੀ ਹੈ ਲੱਭਣ ਦੀ ਕੋਸ਼ਿਸ਼ ਹੈ ਸਰਕਾਰ। ਉਹ ਵਿਧੀ ਹਾਲੇ ਨਹੀਂ ਲੱਭ ਰਹੀ, ਪਰ ਇੱਕ ਨਾਲ ਦੀ ਨਾਲ ਖਤਰਾ ਵੀ ਬਰਕਰਾਰ ਹੈ।
ਖਤਰਾ ਇਹ ਹੈ ਵੀ ਹੁਣ ਜਿਸ ਮੁਕਾਮ ਤੇ ਸਾਰੀ ਗੱਲ ਪਹੁੰਚ ਗਈ ਹੈ, ਕਿਸਾਨਾਂ ਦੇ ਅੰਦੋਲਨ ਨੂੰ ਡਿਸਟਰਬ, ਜਿੱਦਾਂ ਤੁਸੀਂ ਕਹਿ ਰਹੇ ਹੋ, ਡਿਸਟਰਬ ਕਰਨ ਦੀ ਵੀ ਇੱਕ ਆਖਰੀ ਕੋਸ਼ਿਸ਼ ਹੋ ਸਕਦੀ ਹੈ। ਉਹ ਆਖਰੀ ਕੋਸ਼ਿਸ਼ ਕਿਸ ਰੂਪ ਦੇ ਵਿੱਚ ਹੋਏਗੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਪਰ ਕੁਝ ਤਣਾਅ ਦੀਆਂ ਸਥਿਤੀਆਂ ਬਣਾਉਣ ਦੀ ਕੋਸ਼ਿਸ਼ ਰਹੇਗੀ ਵੱਖ-ਵੱਖ ਥਾਵਾਂ ਦੇ ਉੱਤੇ, ਖਾਸ ਤੌਰ ਤੇ ਸਰਹੱਦ ਦੇ ਉੱਤੇ। ਸਰਹੱਦ ਦੇ ਉੱਤੇ ਕੁਝ ਇਸ ਤਰ੍ਹਾਂ ਦਾ ਮਾਹੌਲ ਹੋ ਸਕਦਾ, ਬਣ ਸਕਦਾ ਹੈ ਵੀ ਅਚਾਨਕ ਭਾਰਤ ਨੂੰ, ਭਾਰਤ ਦੀ ਸਿਕਿਉਰਿਟੀ ਨੂੰ, ਭਾਰਤ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਉਹਨੂੰ ਖਤਰਾ ਪੈਦਾ ਹੋ ਗਿਆ ਤੇ ਡਾਈਵਰਟ ਧਿਆਨ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਉਹ ਡਾਈਵਰਟ ਕਰਨ ਦੇ ਦੋ ਹਥਿਆਰ ਨੇ ਹਾਲੇ ਵੀ ਸਰਕਾਰ ਦੇ ਕੋਲ। ਇੱਕ ਤਾਂ ਇਹੀ ਹੈ ਸਰਹੱਦ ਦੇ ਉੱਤੇ ਤਣਾਅ ਦੀ ਸਥਿਤੀ ਬਣਾ ਦਿੱਤੀ ਜਾਏ, ਜਾਂ ਫਿਰ ਕਰੋਨਾ ਵਾਇਰਸ ਦੀ ਜਿਹੜੀ ਥਰਡ ਵੇਵ ਦਾ ਕੋਈ ਨਾ ਕੋਈ ਬਹਾਨਾ ਹੁਣ ਬਣਾਇਆ ਜਾਏ। ਪਤਾ ਨਹੀਂ ਹੁਣ ਕੀ ਵਿਧੀ ਹੈ, ਕਿੱਦਾਂ ਸਰਕਾਰ ਸੋਚਦੀ ਹੈ, ਕੀ ਕਰਨਾ ਚਾਹੁੰਦੀ ਹੈ, ਪਰ ਇਹ ਦੋਨੋਂ ਚੀਜ਼ਾਂ ਵੀ ਉਹ ਕਰਦੇ ਆ ਤਾਂ ਵੀ ਸਰਕਾਰ ਦਾ ਖਹਿੜਾ ਛੁੱਟਣ ਵਾਲਾ ਨਹੀਂ ਹੈ। ਲੋਕ ਹੁਣ ਜਿਸ ਤਰ੍ਹਾਂ ਸੋਚਦੇ ਨੇ, ਜਿਵੇਂ ਇਸ ਅੰਦੋਲਨ ਦੇ ਵਿੱਚ ਚੇਤਨਾ ਦਾ ਪੱਧਰ ਲੋਕਾਂ ਦਾ ਥੋੜਾ ਅਪ ਹੋਇਆ, ਜਿਹੜੇ ਘੱਟੋ ਘੱਟ ਲੋਕ ਇਨਵੋਲਵ ਨੇ ਇਸ ਅੰਦੋਲਨ ਦੇ ਵਿੱਚ, ਉਹਨਾਂ ਨੂੰ ਮੋੜਨਾ ਹੁਣ ਬਹੁਤ ਮੁਸ਼ਕਲ ਹੈ ਜੀ। ਬਿਲਕੁਲ ਦਸਾਂਝ ਸਾਹਿਬ, ਪਰ ਦੂਜੇ ਪਾਸੇ ਇਹ ਵੀ ਗੱਲ ਹੈ ਨਾ, ਕੁਝ ਚੀਜ਼ਾਂ ਤੇ ਸਰਕਾਰ ਨੇ ਪਹਿਲਾਂ ਅਜਮਾ ਲਈਆਂ ਹੋਈਆਂ ਨੇ ਜਿਹੜੀਆਂ ਬਾਰ-ਬਾਰ ਉਹ ਕਹਿੰਦੇ ਹੁੰਦੇ ਨਾ ਕਾਠ ਦੀ ਹਾਂਡੀ ਨਹੀਂ ਚੜ੍ਹਦੀ। ਪਿਛਲੀ ਇਲੈਕਸ਼ਨ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਵਾਲਾ ਮੁੱਦਾ ਉਹਨਾਂ ਨੇ ਬਣਾ ਲਿਆ ਔਰ ਪੁਲਵਾਮਾ ਕਰਕੇ ਵੇਖ ਲਿਆ। ਉਸ ਤੋਂ ਬਾਅਦ ਉਹ ਇੱਕ ਬੜੀ ਵੱਡੀ ਕਹੀ ਜਾਂਦੀ ਸਟ੍ਰਾਈਕ ਕਰਤੀ ਪਾਕਿਸਤਾਨ ਤੇ, ਉਹਦਾ ਉਹਨਾਂ ਨੇ ਫਾਇਦਾ ਉਠਾ ਲਿਆ। ਬਾਰ-ਬਾਰ ਉਹ ਚੀਜ਼ਾਂ ਸ਼ਾਇਦ ਜਿਹੜੀਆਂ ਨੇ ਉਹ ਨਾ ਹੋ ਸਕਣ। ਜਿਹੜਾ ਹੁਣ ਇੰਟਰਨਲ ਸਿਕਿਉਰਿਟੀ ਦਾ ਮਾਮਲਾ ਜਿਹੜਾ ਆ, ਭਾਵੇਂ ਉਹ ਮੁੱਦਾ ਕੈਪਟਨ ਸਾਹਿਬ ਨੇ ਵੀ ਜਾਂਦਿਆਂ ਜਾਂਦਿਆਂ ਉਠਾਇਆ ਤੇ ਇਸ ਤਰ੍ਹਾਂ ਦੇ ਮੁੱਦੇ ਹੈ ਨੇ, ਪਰ ਮੈਨੂੰ ਨਹੀਂ ਲੱਗਦਾ ਧਰਮ ਦਾ ਮੁੱਦਾ ਉਹਨਾਂ ਵਰਤ ਕੇ ਵੇਖ ਲਿਆ ਕਿ ਖਾਲਿਸਤਾਨੀਆਂ ਦਾ ਅੰਦੋਲਨ ਹੈ। ਬਾਕੀ ਸਖਤੀਆਂ ਕਰਕੇ ਵੇਖ ਲੀਆਂ, ਗੰਦੇ ਪਾਣੀ ਦੀਆਂ ਵਿਛਾੜਾਂ ਮਾਰ ਲੀਆਂ, ਕਿੱਲ ਲਾ ਲਏ, ਸਾਰਾ ਕੁਝ ਕਰ ਲਿਆ। ਤੇ ਹੁਣ ਜੇ ਕੋਈ ਇਸ ਤਰ੍ਹਾਂ ਦਾ ਕੋਈ ਕਰਨਗੇ ਵੀ, ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਆਵਾਮ ਆ ਉਹ ਚੀਜ਼ ਨੂੰ ਹੁਣ ਜਿਹੜਾ ਉਹ ਸਮਝਦਾ ਨਹੀਂ ਆ, ਉਹਨਾਂ ਨੂੰ ਇਸ ਚੀਜ਼ ਦੀ ਸਮਝ ਜਿਹੜੀ ਆ ਗਈ ਆ। ਪਰ ਦੂਜੇ ਪਾਸੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਲੀਡਰਸ਼ਿਪ ਬੜੀ ਸੁਲਝੀ ਹੋਈ ਆ ਔਰ ਬੜਾ ਸੋਚ ਸਮਝ ਕੇ ਸਟੈਪ ਲੈ ਰਹੀ ਆ, ਕੀ ਲੱਗਦਾ ਹੈ ਕਿ ਰਣਨੀਤੀ, ਜਿਵੇਂ ਤੁਸੀਂ ਦੱਸਿਆ ਕਿ ਦਿੱਲੀ ਦੇ ਬਾਰਡਰਾਂ ਤੋਂ ਕਿਤੇ ਉੱਠਣ ਦਾ ਮੌਕਾ ਵੀ ਬਣ ਸਕਦਾ, ਤੇ ਰਣਨੀਤੀ ਨਵੀਂ ਬਣਾਉਣ ਦੀ ਕੋਈ ਯੋਜਨਾ ਜਿਹੜੀ ਬਣ ਰਹੀ ਆ, ਉਹ ਕਿਹੋ ਜਿਹੀ ਰਣਨੀਤੀ ਹੋ ਸਕਦੀ ਹੈ? ਕਿੱਦਾਂ ਦਾ ਪ੍ਰੈਸ਼ਰ ਹੈ ਜਿਹੜਾ ਸਰਕਾਰ ਤੇ ਕਿਸੇ ਹੋਰ ਤਰੀਕੇ ਨਾਲ ਬਿਲਟ ਕੀਤਾ ਜਾ ਸਕਦਾ ਕਿ ਐਡੇ ਵੱਡੇ ਇਕੱਠ ਤੋਂ ਬਾਅਦ ਵੀ, ਐਡੇ ਵੱਡੇ ਬੰਦ ਤੋਂ ਬਾਅਦ, ਇੰਨੇ ਲੋਕਾਂ ਦੇ ਬਾਰਡਰ ਦਿੱਲੀ ਦੇ ਆਗੇ ਬਹਿਣ ਤੋਂ ਬਾਅਦ ਵੀ ਸਰਕਾਰ ਟਸ ਤੋਂ ਮਸ ਨਹੀਂ ਹੋਈ? ਤੇ ਫਿਰ ਜਿਹੜੀਆਂ ਡੈਮੋਕ੍ਰੈਟਿਕ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਤੇ ਤਰੀਕਾਕਾਰ ਤੇ ਇਹੀ ਨੇ ਨਾ ਅੰਦੋਲਨ ਦੇ ਸਾਰੇ। ਇਹ ਤੋਂ ਅੱਗੇ ਤੇ ਫਿਰ ਉਹ ਜਿਹਨੂੰ ਕਹਿੰਦੇ ਆ ਹਥਿਆਰਬੰਦ ਸੰਘਰਸ਼ ਹੀ ਰਹਿ ਜਾਂਦਾ। ਫਿਰ ਕਿਹੜੀ ਰਣਨੀਤੀ ਐਸੀ ਆ ਜਿਹੜੀ ਸਰਕਾਰ ਨੂੰ ਹੋਰ ਮਜਬੂਰ ਕਰ ਸਕਦੀ ਆ ਕਿ ਉਹ ਲੋਕਾਂ ਦੀ ਗੱਲ ਸੁਣੇ? ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜਾ ਟਾਰਗੇਟ ਹੋਏਗਾ, ਵੈਸੇ ਤਾਂ ਅੱਜ ਮੇਰੇ ਖਿਆਲ ਸੰਯੁਕਤ ਕਿਸਾਨ ਮੋਰਚਾ ਬੈਠੇਗਾ, ਆਪਣੀ ਨਵੀਂ ਰਣਨੀਤੀ ਤੈਅ ਕਰੇਗਾ ਕੀ ਕਰਨਾ ਕੀ ਨਹੀਂ ਕਰਨਾ। ਪਰ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜਾ ਸਭ ਤੋਂ ਮਹੱਤਵਪੂਰਨ ਜਿਹੜਾ ਟਾਰਗੇਟ ਰਹੇਗਾ ਉਹ ਸ਼ਾਇਦ ਹੁਣ ਜਿਹੜਾ ਬਾਰ-ਬਾਰ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਸਰਕਾਰ ਜਿਹੜੀ ਆ ਵੋਟ ਦੀ ਭਾਸ਼ਾ ਨੂੰ ਸਮਝਦੀ ਹੈ, ਵੋਟ ਤੇ ਚੋਟ ਜਿਹੜਾ ਇੱਕ ਐਕਸ਼ਨ ਪਲਾਨ ਕੀਤਾ ਹੋਇਆ। ਹੁਣ ਸ਼ਾਇਦ ਸਾਰੀਆਂ ਜਿਹੜੀਆਂ ਕਹ ਲਓ ਵੀ ਪੇਸ਼ਕਦਮੀਆਂ ਉਹ ਹੋਣਗੀਆਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੱਲ। ਪੰਜਾਬ ਤਾਂ ਹੈ ਹੀ, ਪੰਜਾਬ ਦੇ ਵਿੱਚ ਸ਼ਾਇਦ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜ਼ਿਆਦਾ ਹੋਰ ਧੱਕਣ ਦੀ ਜ਼ਰੂਰਤ ਹੀ ਨਹੀਂ ਹੈ। ਭਾਰਤੀ ਜਨਤਾ ਪਾਰਟੀ ਆਊਟ ਆਫ ਸੀਨ ਹੋ ਚੁੱਕੀ ਹੈ ਪੰਜਾਬ ਦੇ ਵਿੱਚੋਂ। ਇਸ ਕਰਕੇ ਸਭ ਤੋਂ ਮਹੱਤਵਪੂਰਨ ਉੱਤਰ ਪ੍ਰਦੇਸ਼ ਹੈ, ਉੱਤਰ ਪ੍ਰਦੇਸ਼ ਦੇ ਨਾਲ ਉੱਤਰਾਖੰਡ ਹੈ। ਸੋ ਮੈਨੂੰ ਲੱਗਦਾ ਬਈ ਉਹ ਜਿਹੜਾ ਮਿਸ਼ਨ ਯੂਪੀ ਹੈ ਉਹਦਾ ਸਮਾਂ ਹੁਣ ਆ ਗਿਆ, ਤੇ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਦਾ ਇੱਕ ਦੌਰ ਚੱਲੇਗਾ ਯੂਪੀ ਦੇ ਵਿੱਚ, ਉਹ ਆਰਗੇਨਾਈਜ਼ ਕਰੇਗਾ ਕਿਸਾਨ ਅੰਦੋਲਨ ਨੂੰ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਿਨ੍ਹਾਂ ਇਲਾਕਿਆਂ 'ਚ ਯੂਪੀ ਦੇ ਵਿੱਚ ਹਾਲੇ ਕਿਸਾਨ ਅੰਦੋਲਨ ਉਸ ਰੂਪ ਦੇ ਵਿੱਚ ਨਹੀਂ ਹੈ ਜਿਸ ਰੂਪ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਸੋ ਜਿਹੜਾ ਮਿਸ਼ਨ ਯੂਪੀ ਹੈ ਉਹਦੇ 'ਚ ਪਲਾਨ ਕਰਕੇ ਕਿਸਾਨ ਜਥੇਬੰਦੀਆਂ ਬਕਾਇਦਾ ਟੀਮਾਂ ਬਣਾ ਕੇ, ਤੇ ਜਿੱਦਾਂ ਯੂਪੀ ਵਾਲਿਆਂ ਨੇ ਸੋਚਿਆ ਹੋਇਆ ਵੀ ਅਸੀਂ ਪਿੰਡ ਪੱਧਰ ਦੇ ਉੱਤੇ ਜਿਹੜੀਆਂ ਕਮੇਟੀਆਂ ਬਣਾਉਣੀਆਂ, ਤੇ ਉਹਦੀ ਕੋਸ਼ਿਸ਼ ਵੀ ਤੇਜ਼ ਹੋ ਗਈ ਹੈ। ਚੱਲ ਰਿਹਾ ਉਹ ਕੰਮ ਜਿਹੜਾ ਹੈ ਪਿੰਡ ਪੱਧਰ ਦੇ ਉੱਤੇ, ਜਿਹੜਾ ਉਹਨਾਂ ਨੇ ਬਕਾਇਦਾ ਕਮੇਟੀਆਂ ਜਿਹੜੀਆਂ ਕਿਸਾਨਾਂ ਦੀਆਂ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਤੇ ਉਹ ਹੋਰ ਤੇਜ਼ ਹੋਏਗਾ। ਤੇ ਜਦੋਂ ਹੁਣ ਯੂਪੀ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਆਪਣੇ ਆਪ ਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰੇਗੀ ਭਾਰਤੀ ਜਨਤਾ ਪਾਰਟੀ, ਤੇ ਇਹਦੇ ਖਿਲਾਫ ਇੱਕ ਮਾਹੌਲ ਜਿਹੜਾ ਬਣਨਾ ਹੈ, ਉਹ ਮਾਹੌਲ ਚਾਹੇ ਉਹ ਯੂਪੀ ਹੈ ਚਾਹੇ ਉੱਤਰਾਖੰਡ ਹੈ,
ਜਾਂ ਬਾਕੀ ਸੂਬਿਆਂ ਦੇ ਵਿੱਚ ਹੈ, ਉਹ ਮਾਹੌਲ ਪਰੇਸ਼ਾਨੀ ਦਾ ਸਬਬ ਬਣੇਗਾ ਭਾਰਤੀ ਜਨਤਾ ਪਾਰਟੀ ਲਈ। ਕਿਉਂਕਿ ਇਹ ਗੱਲ ਸੱਚੀ ਹੈ ਕਿ ਭਾਰਤੀ ਜਨਤਾ ਪਾਰਟੀ ਅਸਲ ਦੇ ਵਿੱਚ ਜਿਹੜੀ ਵੋਟਾਂ ਦੀ ਭਾਸ਼ਾ ਆ ਉਹੀ ਸਮਝਦੀ ਹੈ। ਹੁਣ ਇਹ ਡਰ ਉਹਨਾਂ ਨੂੰ ਸਤਾ ਰਿਹਾ, ਜਿਹੜਾ ਅਸੀਂ ਕਹਿੰਦੇ ਆ ਕਿ ਖੌਫਜ਼ਦਾ ਆ, ਖੌਫਜ਼ਦਾ ਇਸੇ ਕਰਕੇ ਹੈ ਕਿ ਉਹਨਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਯੂਪੀ ਦੇ ਵਿੱਚ ਗੱਲ ਵਿਗੜ ਸਕਦੀ ਹੈ। ਦੇਸ਼ ਦੀ ਸੱਤਾ ਦੇ ਉੱਤੇ ਕਾਬਜ਼ ਹੋਣ ਵਾਸਤੇ ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਅਹਿਮ ਹੈ। ਸੋ ਕਿਹਾ ਜਾਂਦਾ ਆਮ ਤੌਰ ਤੇ ਵੀ ਹਾਂ, ਦਿੱਲੀ ਦੀ ਹਕੂਮਤ ਜਾਂ ਦਿੱਲੀ ਦੇ ਤਖਤ ਤੇ ਬੈਠਣ ਵਾਲੇ ਲੋਕ ਜਿਹੜੇ ਆ ਉਹ ਬਿਹਾਰ ਤੇ ਯੂਪੀ ਦੇ ਵਿੱਚੋਂ ਜਿੱਤ ਕੇ ਨਿਕਲਦੇ ਆ ਤਾਂ ਬਹਿੰਦੇ ਆ। ਤੇ ਯੂਪੀ ਦੇ ਵਿੱਚ ਜਿਸ ਢੰਗ ਦੀ ਜਿੱਤ ਹਾਸਲ ਕੀਤੀ ਹੋਈ ਆ ਭਾਰਤੀ ਜਨਤਾ ਪਾਰਟੀ ਨੇ, ਤੇ ਉਹ ਰਿਪੀਟ ਕਰਨ ਦੀ ਸਥਿਤੀ ਵਿੱਚ ਉਹ ਨਹੀਂ ਹੈ ਇਸ ਵੇਲੇ। 300 ਤੋਂ ਜ਼ਿਆਦਾ ਸੀਟਾਂ ਜਿਹੜੀਆਂ ਇਸ ਵੇਲੇ ਭਾਰਤੀ ਜਨਤਾ ਪਾਰਟੀ ਕੋ ਹੈ, 400 ਤੋਂ ਜ਼ਿਆਦਾ ਸੀਟਾਂ ਉੱਥੇ ਵਿਧਾਨ ਸਭਾ ਦੀਆਂ ਹੈਗੀਆਂ ਯੂਪੀ ਦੇ ਵਿੱਚ। ਆਪਣੇ ਆਪ ਦੇ ਵਿੱਚ ਉੱਤਰ ਪ੍ਰਦੇਸ਼ ਇੱਕ ਮੁਲਕ ਹੈ। ਜੇ ਆਬਾਦੀ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਦੁਨੀਆ ਦਾ ਆਬਾਦੀ ਦੇ ਲਿਹਾਜ਼ ਦੇ ਨਾਲ ਜਿਹਨੂੰ ਮੰਨ ਲਿਆ ਜਾਏ ਕਿ ਉੱਤਰ ਪ੍ਰਦੇਸ਼ ਇੱਕ ਮੁਲਕ ਹੈ, ਇੱਕ ਦੇਸ਼ ਹੈ, ਤਾਂ ਆਬਾਦੀ ਦੇ ਲਿਹਾਜ਼ ਦੇ ਨਾਲ ਦੁਨੀਆ ਦਾ 8ਵਾਂ ਮੁਲਕ ਬਣਦਾ ਹੈ ਉੱਤਰ ਪ੍ਰਦੇਸ਼। ਤੇ ਐਡੀ ਵੱਡੀ ਆਬਾਦੀ ਦੇ ਵਿੱਚੋਂ ਜਿਹੜਾ ਇੱਕ ਵੋਟਾਂ ਰਾਹੀਂ ਜਿਹੜਾ ਨਿਕਲਦਾ ਰਾਜ, ਤੇ ਉਹਦੇ ਵਾਸਤੇ 80 ਸੀਟਾਂ ਨੇ ਉੱਤਰ ਪ੍ਰਦੇਸ਼ ਦੇ ਕੋਲ। ਉਹ 80 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ, ਉਹਦੇ ਚੋਂ 73 ਸੀਟਾਂ ਭਾਰਤੀ ਜਨਤਾ ਪਾਰਟੀ ਕੋਲ ਇਸ ਵੇਲੇ, ਜਿਹਦੇ ਸਿਰ ਤੇ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੋਈ ਹੈ। ਕੀ ਉਹ ਸਾਰਾ ਕੁਝ ਗਵਾਉਣਾ ਚਾਹੁਣਗੇ ਇਹ? ਕਿਉਂਕਿ ਜੇ ਉਹ ਸਾਰਾ ਕੁਝ ਨਾ ਵੀ ਬਚੇ ਤਾਂ ਮੈਂ ਇੱਕ ਦਾਅਵਾ ਕਰਨ ਨੂੰ ਤਿਆਰ ਹਾਂ ਕਿ ਉਹ ਜਿਹੜੀਆਂ 73 ਸੀਟਾਂ ਜਿੱਤੀਆਂ 2024 ਦੇ ਵਿੱਚ 73 ਦੀਆਂ 40 ਤਾਂ ਜ਼ਰੂਰ ਰਹਿ ਜਾਣਗੀਆਂ, ਜੇ ਨਾ ਵੀ ਬਹੁਤਾ ਨੁਕਸਾਨ ਹੋਵੇ ਤਾਂ। ਤੇ ਮਤਲਬ ਇੰਨਾ ਨੁਕਸਾਨ ਕੀ ਭਾਰਤੀ ਜਨਤਾ ਪਾਰਟੀ ਉਠਾਉਣ ਨੂੰ ਤਿਆਰ ਹੈ? ਇਹ ਤਾਂ ਰਿਪੀਟ ਨਹੀਂ ਹੋ ਸਕਦੀ। ਜੇ ਉੱਤਰ ਪ੍ਰਦੇਸ਼ ਦੇ ਵਿੱਚ ਅੱਧੀਆਂ ਸੀਟਾਂ ਰਹਿ ਜਾਣ ਤੇ ਬਿਹਾਰ ਦੇ ਵਿੱਚ ਵੀ ਹਾਲਤ ਜਿਹੜੀ ਉਲਟ ਹੋ ਜਾਣੀ ਹੈ, ਤੇ ਬਾਕੀ ਸੂਬਿਆਂ ਦੇ ਵਿੱਚ ਵੀ ਸਥਿਤੀ ਏਦਾਂ ਹੀ ਬਣਨੀ ਹੈ, ਤਾਂ ਫਿਰ ਤਾਂ ਸਰਕਾਰ ਰਿਪੀਟ ਨਹੀਂ ਹੁੰਦੀ 2024 ਦੇ ਵਿੱਚ। 2024 ਚ ਰਿਪੀਟ ਕਰਨੀ ਹੈ ਸਰਕਾਰ, ਤਾਂ ਫਿਰ ਤਾਂ ਉੱਤਰ ਪ੍ਰਦੇਸ਼ ਬਹੁਤ ਅਹਿਮ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਮੋੜਨ ਵਾਸਤੇ, ਚੀਜ਼ਾਂ ਨੂੰ ਆਪਣੇ ਪੱਖ 'ਚ ਕਰਨ ਵਾਸਤੇ ਲੋੜ ਪਏਗੀ ਕਿ ਕਿਸਾਨਾਂ ਦੀ ਗੱਲ ਨੂੰ ਮੰਨਿਆ ਜਾਏ। ਨਹੀਂ ਤਾਂ ਕਿਸਾਨ ਮਤਲਬ ਆਖਿਰ ਤੱਕ ਲੜਨ ਵਾਸਤੇ ਤਿਆਰ ਹੈ। ਕੇਵਲ ਇਹੀ ਨਹੀਂ ਮਿਸ਼ਨ ਯੂਪੀ, ਉਹ ਮਿਸ਼ਨ 2024 ਵੀ ਮਿੱਥ ਕੇ ਬੈਠੇ ਹੈ। ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਇਨ ਬਿਟਵੀਨ ਇਹ ਵੋਟਾਂ ਦੀ ਜਿਹੜੀ ਭਾਸ਼ਾ ਸਮਝਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ਮਿਸ਼ਨ ਯੂਪੀ, ਮਿਸ਼ਨ ਉੱਤਰਾਖੰਡ, ਮਿਸ਼ਨ ਪੰਜਾਬ, ਤੇ ਇਨ ਬਿਟਵੀਨ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕਣ ਦੀ ਜਿਹੜੀ ਤਿਆਰੀ ਰਹੇਗੀ ਜਾਂ ਉਹਨਾਂ ਦੀ ਕੋਸ਼ਿਸ਼ ਰਹੇਗੀ ਸੰਯੁਕਤ ਕਿਸਾਨ ਮੋਰਚੇ ਦੀ। ਉਹ ਅੱਜ ਭਲਕ ਆਪਣੇ ਕੋਲ ਬਹੁਤੀਆਂ ਗੱਲਾਂ ਹੋਣਗੀਆਂ, ਅਸੀਂ ਕੋਈ ਬਹੁਤ ਜ਼ਿਆਦਾ ਨਹੀਂ ਦੱਸ ਸਕਾਂਗੇ ਤੁਹਾਨੂੰ ਵੀ ਉਹ ਕਿਸਾਨ ਕੀ ਕਰਨਗੇ ਹੋਰ। ਪਰ ਇਸੇ ਤਰ੍ਹਾਂ ਦੇ ਤਰੀਕੇ ਨੇ, ਬੰਦ ਦੇ ਤਰੀਕੇ ਨੇ, ਸਪੈਸ਼ਲੀ ਕੋਈ ਦਿਨ ਮਨਾਉਣ ਦੇ ਤਰੀਕੇ ਨੇ। ਆਉਂਦੇ ਦਿਨਾਂ ਦੇ ਵਿੱਚ ਜਿਹੜੇ ਮਹੱਤਵਪੂਰਨ ਦਿਨ ਹੋਣਗੇ, ਜਿਹੜੇ ਦਿਨਾਂ ਨੂੰ ਜਿਹੜਾ ਸੰਗਰਾਮੀ ਤਰੀਕੇ ਦੇ ਨਾਲ ਮਨਾਉਣ ਦਾ ਉਹ ਸੱਦਾ ਦੇਣਗੇ ਕਿਸਾਨ ਮੋਰਚੇ ਵਾਲੇ, ਉਹ ਦਿਨ ਮਨਾਏ ਜਾਣਗੇ। ਉਹ ਤਹਿਸੀਲ ਲੈਵਲ ਤੇ, ਡਿਸਟ੍ਰਿਕਟ ਲੈਵਲ ਤੇ, ਪਿੰਡ ਲੈਵਲ ਤੇ ਕੁਝ ਨਵੇਂ ਐਕਸ਼ਨ ਜਿਹੜੇ ਹੋ ਸਕਦੇ, ਜਿਹੜੇ ਦੇਸ਼ ਵਿਆਪੀ ਹੋਣ, ਤੇ ਸਟੇਟ ਵਾਈਜ਼ ਵੀ ਕੁਝ ਐਕਸ਼ਨ ਜਿਹੜੇ ਪਲਾਨ ਕੀਤੇ ਜਾ ਸਕਦੇ ਹੈ। ਤੇ ਯੂਪੀ ਤੇ ਉੱਤਰਾਖੰਡ ਤੋਂ ਬਾਅਦ ਭਾਰਤ ਦੇ ਉਹਨਾਂ ਹਿੱਸਿਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਜ਼ਰੂਰਤ ਰਹੇਗੀ ਜਿਹੜੇ ਦਿੱਲੀ ਤੋਂ ਦੂਰ ਨੇ, ਪਰ ਫਿਰ ਵੀ ਉਹ ਇਸ ਅੰਦੋਲਨ ਦੇ ਵਿੱਚ ਇਨਵੋਲਵ ਨੇ ਵੱਡੇ ਪੱਧਰ ਦੇ ਉੱਤੇ। ਉਹਨਾਂ ਦੀ ਇਨਵੋਲਵਮੈਂਟ ਭਾਰਤ ਬੰਦ ਦੇ ਦੌਰਾਨ ਦਿਖਾਈ ਦਿੱਤੀ ਹੈ। ਉਹਨਾਂ ਸੂਬਿਆਂ ਦੇ ਵਿੱਚ ਵੀ ਸਰਗਰਮੀ ਹੋਰ ਵਧੇ, ਇਹਦਾ ਵੀ ਕੋਈ ਨਾ ਕੋਈ ਤਰੀਕਾ ਜਿਹੜਾ ਅਖਤਿਆਰ ਕੀਤਾ ਜਾਏਗਾ। ਬਾਕੀ ਦੇਖਦੇ ਹਾਂ ਸੰਯੁਕਤ ਕਿਸਾਨ ਮੋਰਚਾ ਕਿਸ ਤਰ੍ਹਾਂ ਦੀ ਨਵੀਂ ਰਣਨੀਤੀ ਜਿਹੜੀ ਉਹ ਬਣਾਉਂਦਾ ਹੈ, ਤੇ ਉਹ ਸਾਡੇ ਕੋਲ ਬੜੀ ਜਲਦੀ ਆਏਗਾ ਜੀ। ਬਿਲਕੁਲ ਦਸਾਂਝ ਸਾਹਿਬ, ਹੁਣ ਥੋੜਾ ਜਿਹਾ ਪੰਜਾਬ ਸਰਕਾਰ ਜਿਹੜੀ ਨਵੀਂ ਬਣੀ ਆ ਉਹਦੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਕਰ ਲਈਏ ਸਾਂਝੀਆਂ। 2-3 ਦਿਨ ਹੋ ਗਏ ਆ, ਸਹੁੰ ਚੁੱਕ ਸਮਾਗਮ ਵੀ ਹੋ ਗਿਆ ਤੇ ਪੋਰਟਫੋਲੀਓ ਵਗੈਰਾ ਅਜੇ ਤੱਕ ਡਿਸਾਈਡ ਨਹੀਂ ਹੋ ਸਕੀ। ਕੀ ਗੱਲ ਹੁਣ ਹਰ ਚੀਜ਼ ਜਿਹੜੀ ਆ ਉਹ ਦਿੱਲੀ ਤੋਂ ਹੀ ਅਪਰੂਵ ਹੋਇਆ ਕਰੀਏ, ਨਿੱਕੇ ਤੋਂ ਨਿੱਕਾ ਕੰਮ, ਕਿ ਕੁਝ ਇਹਨਾਂ ਦੇ ਕੋਲ ਆਪਣੇ ਕੋਲ ਵੀ ਸ਼ਕਤੀ ਆ? ਔਰ ਦੂਜੇ ਪਾਸੇ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਮੰਗਲਵਾਰ ਦੇ ਦਿਨ ਰੱਖਿਆ ਕਰੀ ਨੇ ਇਹਨਾਂ ਨੇ, ਅੱਗੇ ਬੁੱਧਵਾਰ ਹੁੰਦੀ ਸੀ ਮੇਰੇ ਖਿਆਲ, ਤੇ ਉਹ ਅੱਜ ਦਾ ਦਿਨ ਸੀਗਾ ਨਿਰਧਾਰਤ। ਕਿ ਉਹ ਮੀਟਿੰਗ ਅੱਜ ਹੋਣੀ ਆ? ਜੇ ਹੋਣੀ ਆ ਤੇ ਉਹਦੇ ਲਈ ਕੀ ਕੋਈ ਏਜੰਡਾ ਬਣ ਗਿਆ? ਕਿ ਇੱਕ ਮੀਟਿੰਗ ਪਹਿਲਾਂ ਕੈਬਨਿਟ ਦੀ ਹੋਈ ਵੀ ਆ ਜਿਸ 'ਚ ਕਹਿੰਦੇ ਆ ਕਿ ਇੱਕ ਲਾਈਨ ਦਾ ਮਤਾ ਪਾ ਕੇ ਉੱਠ ਗਏ ਕਿ ਖੇਤੀ ਕਾਨੂੰਨ ਜਿਹੜੇ ਉਹ ਰੱਦ ਕੀਤੇ ਜਾਣਗੇ। ਕੀ ਵਿਧਾਨ ਸਭਾ ਦਾ ਕੋਈ ਸੈਸ਼ਨ ਬੁਲਾਉਣ ਦੀ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਏਜੰਡੇ ਤੇ ਹੈ? ਦੇਖੋ ਅੱਜ ਇੱਕ ਮੀਟਿੰਗ ਤਾਂ ਹੋ ਗਈ ਜਿਹੜੀ ਇੱਕ ਲਾਈਨ ਦਾ ਮਤਾ ਉੱਚ ਪਾਇਆ ਗਿਆ। ਬਾਕੀ ਸਾਰੇ ਏਜੰਡੇ ਜਿਹੜੇ ਆ ਜਿਹੜੇ ਵਿਚਾਰੇ ਜਾਣੇ ਸੀ ਉਹ ਮੁਲਤਵੀ ਕਰ ਦਿੱਤੇ ਗਏ।
ਮੀਡੀਆ ਨੇ ਤਾਂ ਉਹਨੂੰ ਰੱਦ ਸ਼ਬਦ ਵਰਤਿਆ, ਪਰ ਮੇਰਾ ਮੰਨਣਾ ਹੈ ਕਿ ਉਹ ਪੋਸਟਪੋਨ ਕੀਤੇ ਗਏ ਨੇ। ਉਹਨਾਂ ਮੁੱਦਿਆਂ ਨੂੰ ਅਗਲੀ ਮੀਟਿੰਗ 'ਚ ਜਿਹੜਾ ਆ ਕਾਲ ਕੀਤਾ ਜਾਏਗਾ। ਉਹ ਮੀਟਿੰਗ ਪੋਸੀਬਿਲਿਟੀ ਅੱਜ ਹੋਵੇ, ਪਰ ਇਹਦੇ ਬਾਰੇ ਕਲੈਰਿਟੀ ਕੋਈ ਨਹੀਂ ਕੀਤੀ ਗਈ। ਅੱਜ ਦਾ ਮਤਲਬ ਸਾਡੇ ਤਾਂ ਮੰਗਲਵਾਰ ਹੋ ਗਿਆ, ਮਤਲਬ ਜਿਹੜੀ ਮੀਟਿੰਗ ਦਾ ਆਪਾਂ ਜ਼ਿਕਰ ਕਰ ਰਹੇ ਆ ਉਹ ਸੋਮਵਾਰ ਹੋਈ ਹੈ ਸਾਡੇ, ਯਾਨੀ ਉਹ ਰਾਤ ਲੰਘ ਗਈ ਹੈ, ਤੇ ਉੱਥੇ ਇੱਕ ਲਾਈਨ ਦਾ ਹੀ ਰੈਜ਼ੋਲੂਸ਼ਨ ਪਾਸ ਕੀਤਾ ਗਿਆ। ਬਾਕੀ ਸਾਰੇ ਜਿਹੜੇ ਇਸ਼ੂਜ਼ ਜਿਹੜੇ ਆ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ, ਅਗਲੀ ਮੀਟਿੰਗ ਤੇ ਛੱਡ ਦਿੱਤਾ ਗਿਆ। ਇੱਕ ਲਾਈਨ ਦਾ ਮਤਾ ਇਹ ਪਾਸ ਕੀਤਾ ਗਿਆ ਕਿ ਭਾਰਤ ਸਰਕਾਰ ਨੂੰ ਉਹ ਲਾਈਨ ਦਾ ਮਤਾ ਭੇਜਿਆ ਗਿਆ, ਰੈਜ਼ੋਲੂਸ਼ਨ ਭੇਜਿਆ ਗਿਆ ਕਿ ਜਿਹੜੇ ਖੇਤੀ ਕਾਨੂੰਨ ਹੈ, 3 ਖੇਤੀ ਕਾਨੂੰਨ ਹੈ, ਇਹਨਾਂ ਨੂੰ ਰੱਦ ਕੀਤਾ ਜਾਏ। ਇਹ ਮੰਗ ਕੀਤੀ ਗਈ ਇੱਕੋ ਲਾਈਨ 'ਚ। ਹੋਰ ਕੁਝ ਨਹੀਂ ਕੀਤਾ ਗਿਆ ਉਸ ਕੈਬਨਿਟ ਦੀ ਮੀਟਿੰਗ 'ਚ। ਇਸ ਕਰਕੇ ਅੱਜ ਯਾਨੀ ਮੰਗਲਵਾਰ ਨੂੰ ਉਹ ਮੀਟਿੰਗ ਕੈਬਨਿਟ ਦੀ ਹੋਣ ਦੀ ਸੰਭਾਵਨਾ ਆ, ਪਰ ਕਲੈਰਿਟੀ ਨਾਲ ਦੱਸਿਆ ਨਹੀਂ ਗਿਆ ਕਿ ਉਹ ਹੋਏਗੀ ਜਾਂ ਨਹੀਂ ਹੋਏਗੀ, ਪਰ ਕਿਹਾ ਇਹ ਗਿਆ ਕਿ ਹਰ ਮੰਗਲਵਾਰ ਹੋਇਆ ਕਰੇਗੀ ਤੇ ਬਾਅਦ ਦੁਪਹਿਰ 3 ਵਜੇ। ਸੋ ਉਹ ਮੀਟਿੰਗ ਹੋਏਗੀ। ਜਿਹੜਾ ਪੋਰਟਫੋਲੀਓਜ਼ ਦਾ ਮਾਮਲਾ ਹੈਗਾ, ਮਹਿਕਮੇ ਵੰਡਣ ਦਾ ਮਾਮਲਾ ਹੈ, ਉਹ ਵੀ ਟਾਲ ਦਿੱਤਾ ਗਿਆ। ਹੋ ਸਕਦਾ ਅੱਜ ਉਹਦੇ ਤੇ ਕੋਈ ਨਾ ਕੋਈ ਮਾਥਾ ਪੱਚੀ ਹੋਏਗੀ ਤੇ ਥੋੜੀ ਬਹੁਤ ਜਿਹੜੀ ਸਲਾਹ ਲੈਣੀ ਹੈ ਦਿੱਲੀ ਤੋਂ ਉਹ ਵੀ ਲੈ ਲਈ ਗਈ ਹੋਏਗੀ। ਤੇ ਦੂਜੀ ਗੱਲ ਇਹ ਕਿ ਜਿਹੜਾ ਸਵਾਲ ਹੈ ਤੁਹਾਡਾ ਵੀ, ਹੁਣ ਹਰ ਮਾਮਲਾ ਦਿੱਲੀ ਤੋਂ ਜਿਹੜਾ ਉੱਥੇ ਸਹੀ ਪਾਇਆ ਜਾਇਆ ਕਰੇਗੀ, ਤਾਂ ਜਿਹੜੇ ਮਹੱਤਵਪੂਰਨ ਇਸ ਤਰ੍ਹਾਂ ਦੇ ਮਾਮਲੇ ਨੇ ਉਹਦੇ 'ਚ ਜਿਸ ਤਰ੍ਹਾਂ ਦਾ ਹੁਣ ਦਖਲ ਰਿਹਾ ਦਿੱਲੀ ਦਾ, ਸਪੈਸ਼ਲੀ ਰਾਹੁਲ ਗਾਂਧੀ ਦਾ, ਉਹਦੀ ਵਿਧੀ ਭਾਵੇਂ ਅਸੀਂ ਨੁਕਤਾਚੀਨੀ ਉਹਦੀ ਕੀਤੀ ਹੈ ਵੀ ਇਹ ਕੀ ਗੱਲ ਹੋਈ ਵੀ ਹਾਂ ਤੁਸੀਂ 2 ਦਿਨਾਂ 'ਚ 3 ਵਾਰ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਦਿੱਲੀ ਤਲਬ ਕਰ ਲੈਂਦੇ ਹੋ, ਜਦਕਿ ਤੁਸੀਂ ਮਸ਼ੋਬਰਾ ਤੋਂ ਸ਼ਿਮਲੇ ਤੋਂ ਆਉਂਦੇ ਹੋਏ ਇੱਥੇ 2 ਘੰਟੇ ਰੁਕਦੇ ਹੋ ਚੰਡੀਗੜ੍ਹ। 2 ਦਿਨ ਦਿੱਲੀ ਦੀ ਥਾਂ ਤੇ ਚੰਡੀਗੜ੍ਹ ਹੀ ਦਿੱਲੀ ਲਾ ਲੈ ਜਾ ਸਕਦੇ ਸੀਗੇ। ਚੰਡੀਗੜ੍ਹ 'ਚ ਬੈਠ ਕੇ ਸਾਰੀਆਂ ਗੱਲਾਂ ਹੋ ਸਕਦੀਆਂ ਸੀ। ਮਤਲਬ ਉਹੀ ਮਹਾਰਾਜਾ ਵਾਂਗ, ਰਾਜਾ ਵਾਂਗ ਦਰਬਾਰ ਤੁਸੀਂ ਸਜਾਇਆ ਦਿੱਲੀ ਦਾ, ਤੇ ਉੱਥੇ ਤੁਸੀਂ ਸਾਰੇ ਜਿਹੜੇ ਆ ਉਹ ਦੰਡਵਤ ਹੋਣ, ਏਦਾਂ ਦਾ ਮਾਹੌਲ ਬਣਾ ਕੇ ਰੱਖ ਦਿਓ। ਇਹਦੀ ਨੁਕਤਾਚੀਨੀ ਆਪਾਂ ਵੀ ਕਰ ਚੁੱਕੇ ਹਾਂ। ਪਰ ਜਿਸ ਢੰਗ ਨਾਲ ਇਹ ਵਜ਼ਾਰਤ ਨਵੀਂ ਬਣੀ ਹੈ, ਉਹਦੇ 'ਚ ਜਿਹੜੀ ਸਕਿੱਲ ਦੀ ਵਰਤੋਂ ਕੀਤੀ ਗਈ ਹੈ, ਉਹਦੇ 'ਚ ਭਾਵੇਂ ਇਹ ਨਹੀਂ ਮੈਂ ਕਹਿੰਦਾ ਕਿ ਰਾਹੁਲ ਗਾਂਧੀ ਦੀ ਸਕਿੱਲ ਹੈ, ਪਰ ਓਵਰਆਲ ਜਿੱਦਾਂ ਮਨਪ੍ਰੀਤ ਬਾਦਲ ਨੂੰ ਉੱਥੇ ਬੁਲਾਇਆ ਗਿਆ, ਸੁਨੀਲ ਜਾਖੜ ਨੂੰ ਬੁਲਾਇਆ ਗਿਆ, ਤੇ ਫਿਰ ਬਾਅਦ 'ਚ ਚੰਨੀ ਨੂੰ ਬੁਲਾਇਆ ਗਿਆ, ਤੇ ਵਜ਼ਾਰਤ ਬਣਦੀ ਇੱਕ ਦਿਨ ਹੋਰ ਲੇਟ ਹੋਈ, ਫਿਰ ਤੋਂ ਚਰਨਜੀਤ ਚੰਨੀ ਨੂੰ ਬੁਲਾਇਆ ਗਿਆ। ਤੇ ਉਹਦੇ 'ਚ ਜਿਹੜੀ ਐਕਸਰਸਾਈਜ਼ ਹੋਈ ਹੈ ਉਹ ਕਾਫੀ ਐ ਲੱਗਦਾ ਕਿ ਮੈਚੁਰਿਟੀ ਦੇ ਨਾਲ ਵਜ਼ਾਰਤ ਜਿਹੜੀ ਬਣਾਈ ਗਈ ਹੈ, ਜਿਹੜੀ ਕੈਪਟਨ ਅਮਰਿੰਦਰ ਵਾਸਤੇ ਆਧਾਰ ਜਿਹੜਾ ਕੋਈ ਬਹੁਤਾ ਨਹੀਂ ਛੱਡਿਆ। ਆਧਾਰ ਦਾ ਮਤਲਬ ਇਹ ਹੈ ਵੀ ਜਿਹੜੇ ਲੋਕ ਛੱਡੇ ਜਾ ਸਕਦੇ ਸੀ, ਜਿੱਦਾਂ ਬ੍ਰਹਮਿੰਦਰਾ ਉਹਨੂੰ ਪਹਿਲਾਂ ਡਿਪਟੀ ਸੀਐਮ ਦੇ ਤੌਰ ਤੇ ਛੱਡ ਦਿੱਤਾ ਗਿਆ ਸੀ, ਬਾਅਦ 'ਚ ਉਹਨੂੰ ਲੈਣਾ ਪਿਆ। ਵਿਜੇਂਦਰ ਸੰਗਲਾ ਜਿਹੜਾ ਬਹੁਤ ਨੇੜੇ ਹੈ, ਐਜੂਕੇਸ਼ਨ ਮਿਨਿਸਟਰ ਵੀ ਹੈ ਕੈਪਟਨ ਅਮਰਿੰਦਰ ਦਾ, ਏਦਾਂ ਦੇ ਲੋਕਾਂ ਨੂੰ ਲੈ ਕੇ ਵਾਪਸ, ਜਿਹੜੇ ਕੈਪਟਨ ਦੇ ਧੜੇ ਦੇ ਵੀ ਸਮਝੇ ਜਾਂਦੇ ਆ। ਕੈਪਟਨ ਅਮਰਿੰਦਰ ਨੇ ਕੋਈ ਬੇਸ ਨਹੀਂ ਛੱਡਿਆ ਕਿ ਹਾਂ ਜੇ ਉਹ ਕੱਲ ਨੂੰ ਵੱਡੇ ਪੱਧਰ ਦੇ ਉੱਤੇ ਕੋਈ ਨਵੀਂ ਧਿਰ ਖੜੀ ਕਰਦੇ ਆ ਤੇ ਲੋਕ ਉੱਧਰ ਨਹੀਂ ਜਾਣਗੇ। ਹੁਣ ਮਤਲਬ ਇੱਕ ਸੰਭਾਵਨਾ ਖਤਮ ਕਰ ਦਿੱਤੀ ਹੈ। ਜਿਹੜੇ 5 ਮਿਨਿਸਟਰ ਜਿਹੜੇ ਛੱਡੇ ਆ, ਉਹਦੇ ਚੋਂ ਬਲਵੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਕਾਂਗੜ ਤਾਂ ਰੋਏ ਵੀ ਆ ਪ੍ਰੈਸ ਕਾਨਫਰੰਸ ਦੇ ਵਿੱਚ। ਖਾਸ ਤੌਰ ਤੇ ਬਲਵੀਰ ਸਿੰਘ ਸਿੱਧੂ ਦਾ ਦੇਖਿਆ ਆਪਾਂ, ਉਸ ਦ੍ਰਿਸ਼ ਤੁਸੀਂ ਦੇਖਿਆ ਹੋਏਗਾ ਤਾਂ ਰੋਣ ਹੀ ਲੱਗ ਪਏ ਵੀ ਸਾਡਾ ਕਸੂਰ ਕੀ ਹੈ, ਵੀ ਜੇ ਕਿਸੇ ਨੂੰ ਫਾਂਸੀ ਵੀ ਚਾੜਿਆ ਜਾਂਦਾ ਤਾਂ ਵੀ ਉਸ ਤੋਂ ਪਹਿਲਾਂ ਉਹਦੀ ਆਖਰੀ ਇੱਛਾ ਪੁੱਛੀ ਜਾਂਦੀ ਹੈ, ਸਾਨੂੰ ਤਾਂ ਸਾਡਾ ਕਸੂਰ ਵੀ ਨਹੀਂ ਦੱਸਿਆ ਗਿਆ। ਸੋ ਉਹ ਜਿਹੜਾ ਆ ਉਹ ਵਿਰੋਧ ਆਪਣੀ ਥਾਂ ਦੇ ਉੱਤੇ ਆ। ਅੱਜ ਰਕੇਸ਼ ਪਾਂਡੇ ਦੇ ਹਮਾਇਤੀਆਂ ਨੇ ਵੀ ਲੁਧਿਆਣੇ 'ਚ ਨਾਅਰੇਬਾਜ਼ੀ ਕੀਤੀ ਹੈ। ਉਹ ਕੁਝ ਲੋਕ ਹੈਗੇ ਆ, ਜੇ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੀ ਵੱਖਰੀ ਪਾਰਟੀ ਬਣਾਉਣ ਵੱਲ ਵਧਦੇ ਆ, ਤੇ ਇਹ ਨਹੀਂ ਹੈ ਕਿ ਇਹ ਲੋਕ ਵੀ ਉਹਨਾਂ ਨਾਲ ਚਲੇ ਜਾਣਗੇ। ਉਹ ਪਤਾ ਨਹੀਂ ਹੁਣ ਕਿਹੜੇ ਕਿਹੜੇ ਲੋਕ ਉਹਨਾਂ ਨਾਲ ਹੋ ਸਕਦੇ ਆ, ਪਰ ਜਿਹੜੇ ਜਾ ਸਕਦੇ ਸੀ ਸਖਤ ਨਾਰਾਜ਼ ਹੋ ਕੇ ਉਹਨਾਂ ਨੂੰ ਵਾਪਸ ਵਜ਼ਾਰਤ ਵਿੱਚ ਲੈ ਲਿਆ ਗਿਆ। ਚਲੋ ਹੁਣ ਟਿਕਟਾਂ ਦੀ ਵੰਡ ਵੇਲੇ ਵੀ ਜੀ ਹਾਂਜੀ ਚਲੋ ਸਕਿੱਲ ਤੁਸੀਂ ਸ਼ਬਦ ਯੂਜ਼ ਕੀਤਾ ਹੈ ਕਿ ਉਹਨਾਂ ਨੇ ਆਪਣੀ ਸਕਿੱਲ ਵਰਤੀ ਆ, ਪਰ ਚਲੋ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਆ, ਉਹਨਾਂ ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ ਇਹਦੇ 'ਤੇ ਬਾਹਰ ਬੈਠੇ ਵੋਟਰ ਦਾ ਕੋਈ ਫਿਰ ਅਖਤਿਆਰ ਰਹਿ ਵੀ ਨਹੀਂ ਜਾਂਦਾ। ਪਰ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਆ, ਇਹ ਤਾਂ ਫਿਰ ਕਾਂਗਰਸ ਨੇ ਆਪਣੀ ਹੀ ਮਤਲਬ ਜਾਨ ਬਚਾਉਣ ਲਈ ਜਾਂ ਆਪਣੇ ਆਪ ਨੂੰ ਸ਼ੀਲਡ ਕਰਨ ਲਈ ਹੀ ਇਹ ਕੀਤਾ ਨਾ, ਕਿ ਸਾਡੇ 'ਚ ਟੁੱਟ ਭੱਜ ਨਾ ਹੋਵੇ। ਪੰਜਾਬ ਦੇ ਭਲੇ ਦਾ ਤਾਂ ਕੋਈ ਨਹੀਂ ਨਾ ਸੋਚਿਆ ਗਿਆ। ਹੁਣ ਜੇ ਇਕੱਲੇ ਆਪਾਂ ਗੱਲ ਕਰ ਲਈਏ ਰਾਣਾ ਗੁਰਜੀਤ ਨੂੰ ਵਾਪਸ ਲੈਣਾ, ਉਹ ਕਿੰਨਾ ਕੁ ਵਧੀਆ ਫੈਸਲਾ ਕਹਿ ਸਕਦੇ ਹਾਂ। ਰਾਜਾ ਵੜਿੰਗ ਵਰਗਾ ਇਮੈਚੁਰ ਬੰਦਾ ਜਿਹਦੇ ਬਾਰੇ ਕੋਈ ਪਤਾ ਹੀ ਨਹੀਂ ਉਹਨੇ ਕੱਲ ਨੂੰ ਕੀ ਕਹਿ ਦੇਣਾ, ਕਿੱਧਰ ਨੂੰ ਤੁਰ ਪੈਣਾ ਆ। ਰਾਜਕੁਮਾਰ ਵੇਰਕਾ ਕਿੰਨਾ ਕੁ ਸੁਲਝਾ ਲੀਡਰ ਹੈ, ਪੁਰਾਣਾ ਜ਼ਰੂਰ ਹੈ,
ਕਿੰਨੀ ਕੁ ਉਹਦੀ ਕੀ ਕੁਆਲੀਫਿਕੇਸ਼ਨ ਹੈ ਤੇ ਕਿਸ ਤਰ੍ਹਾਂ ਦਾ ਉਹ ਬੰਦਾ। ਜੇ ਕਰਪਸ਼ਨ ਦੇ ਹਿਸਾਬ ਨਾਲ ਵੇਖੀਏ ਤੇ ਇਸ ਵੇਲੇ ਤੇ ਫਿਰ ਜੇ ਨਾਂ ਲੈ ਕੇ ਕਹਿਣਾ ਹੋਵੇ ਤ੍ਰਿਪਤਜਿੰਦਰ ਬਾਜਵਾ ਦੇ ਬੇਟੇ ਦੀ, ਮੈਂ ਅੱਗੇ ਵੀ ਗੱਲ ਕਰਦਾ, ਖੁੱਲੀਆਂ ਲੁੱਟਾਂ ਕੀਤੀਆਂ ਨੇ ਇਹਨਾਂ ਲੋਕਾਂ ਨੇ, ਸੁੱਖ ਸਰਕਾਰੀ ਹੈ ਕੀ ਨਹੀਂ ਕੀਤਾ। ਸਾਰੇ ਲੋਕਾਂ ਨੇ ਆਪੋ ਆਪਣੇ ਢੰਗ ਨਾਲ ਉਹ ਕੁਝ ਹੀ ਕੀਤਾ ਜੋ ਸਰਕਾਰਾਂ 'ਚ ਮੰਤਰੀ ਬਣ ਕੇ ਕਰਦੇ ਹੁੰਦੇ ਆ। ਉਹ ਕੰਮ ਕੱਲਾ ਜਿਹੜਾ ਬਲਬੀਰ ਸਿੱਧੂ ਨੇ ਨਹੀਂ ਕੀਤਾ ਵੀ ਉਹਨੂੰ ਪਾਸੇ ਲਾਤਾ ਜਾਂ ਕਾਂਗੜ ਨੇ ਕੀਤਾ, ਕਿਉਂਕਿ ਉਹ ਬਿਲਕੁਲ ਸਿੱਧੇ ਤੌਰ ਤੇ ਜੁੜੇ ਸੀਗੇ, ਇਸ ਕਰਕੇ ਉਹਨਾਂ ਨੂੰ ਪਾਸੇ ਕੀਤਾ ਗਿਆ। ਉਹ ਆਪਣੀ ਥਾਂ ਸੱਚੇ ਨੇ। ਜੇ ਕੋਈ ਇਨਸਾਫ ਪਸੰਦੀ ਵਾਲਾ ਫੈਸਲਾ ਵਾਕਿਆ ਹੁੰਦਾ ਕਿ ਬਿਲਕੁਲ ਤੋਲ ਤਕਾਂਤ ਕਰਕੇ ਸਹੀ ਬੰਦੇ, ਪ੍ਰਗਟ ਸਿੰਘ ਵਰਗੇ ਜਿੱਦਾਂ ਆਪਾਂ ਕਹਿ ਰਹੇ ਹਾਂ, ਉਸ ਤਰ੍ਹਾਂ ਦੀ ਨੀਤ ਵਾਲੇ ਬੰਦੇ ਲੈ ਜਾਂਦੇ, ਨਵੇਂ ਚਿਹਰੇ ਹੋਰ ਵੀ ਹੋ ਸਕਦੇ ਸੀਗੇ। ਤੇ ਆ ਜਿਹੜੇ 5-4 ਵਿਅਕਤੀ ਇਹਨਾਂ ਲਏ ਨੇ, ਇਹਨਾਂ ਦੀਆਂ ਮਜਬੂਰੀਆਂ ਨੇ, ਤੇ ਫਿਰ ਇਹਨਾਂ ਕੋਲ ਉਮੀਦ ਵੀ ਕੀ ਕਰ ਸਕਦੇ ਆ। ਨਹੀਂ ਬਿਲਕੁਲ, ਮੈਂ ਇਹੀ ਕਹਿ ਰਿਹਾ, ਮੈਂ ਵੀ ਇਹੀ ਕਹਿ ਰਿਹਾ ਵੀ ਧੜੇ ਜਿਹੜੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਲਾ ਕੇ ਰੱਖਣਾ। ਉਹਦੇ 'ਚ ਸਕਿੱਲ ਦਾ ਮਤਲਬ ਇਹੀ ਹੈ ਵੀ ਤੁਸੀਂ ਇੱਕ ਇਲੈਕਸ਼ਨ ਪੋਲਿਟਿਕਸ ਨੂੰ ਜਿਹੜਾ ਆ ਆਪਣੇ ਢੰਗ ਦੇ ਨਾਲ ਕੋਸ਼ਿਸ਼ ਕਰਦੇ ਹੋ ਵੀ ਕਿੱਦਾਂ ਡਿਜ਼ਾਈਨ ਕੀਤਾ ਜਾ ਸਕਦਾ, ਕਿਹੜੇ ਲੋਕ ਤੁਹਾਡੇ ਤੋਂ ਦੂਰ ਭੱਜ ਸਕਦੇ ਆ, ਉਹਨਾਂ ਨੂੰ ਨੇੜੇ ਲਾਉਣ ਦੇ ਕਿਹੜੇ ਤਰੀਕੇ ਹੋ ਸਕਦੇ ਆ। ਵੀ ਵਿਰੋਧੀ ਨੂੰ ਤੁਸੀਂ ਜਿਹੜਾ ਇਸ ਵੇਲੇ ਬਿਲਕੁਲ ਵਿਰੋਧੀ ਹੋ ਗਿਆ, ਉਹਨੂੰ ਉਹ ਆਧਾਰ ਹੀ ਮੁਹੱਈਆ ਨਾ ਕਰਵਾਓ ਜਿਹਦੇ ਕਰਕੇ ਉਹ ਵੱਡੀ ਤਾਕਤ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆ ਸਕੇ। ਇਸ ਕਰਕੇ ਇਦਾਂ ਦੇ ਲੋਕ ਜਿਹੜੇ ਆ, ਹੁਣ ਰਾਣਾ ਗੁਰਜੀਤ ਦਾ, ਜੇ ਹੁਣ ਇਹੀ ਰਾਣਾ ਗੁਰਜੀਤ ਹੈ ਜਿਸ ਰਾਣਾ ਗੁਰਜੀਤ ਨੂੰ ਰਾਹੁਲ ਗਾਂਧੀ ਦੀ ਸਿਫਾਰਿਸ਼ ਉੱਪਰ ਕੱਢਿਆ ਗਿਆ, ਰੌਲਾ ਪਿਆ, ਸੁਖਪਾਲ ਖਹਿੜੇ ਨੇ ਰੌਲਾ ਪਾਇਆ, ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ। ਬਾਅਦ ਚ ਆਖਰਕਾਰ ਰਾਹੁਲ ਗਾਂਧੀ ਨੇ ਕਿਹਾ, ਨਹੀਂ ਤਾਂ ਕੈਪਟਨ ਅਮਰਿੰਦਰ ਕਦੋਂ ਕੱਢਦੇ ਸੀ ਰਾਣਾ ਗੁਰਜੀਤ। ਕੈਪਟਨ ਅਮਰਿੰਦਰ ਦੇ ਤਾਂ ਸਭ ਤੋਂ ਚਹੇਤਿਆਂ ਦੇ ਵਿੱਚੋਂ ਆ। ਖਬਰਾਂ ਇਹ ਵੀ ਹੈ ਬਈ ਵੱਡੇ ਪੱਧਰ ਦੇ ਉੱਤੇ ਜਿਹੜੀ ਫੰਡਿੰਗ ਹੈ ਕੈਪਟਨ ਅਮਰਿੰਦਰ ਨੂੰ ਰਾਣਾ ਗੁਰਜੀਤ ਕਰਦੇ ਰਹੇ ਆ, ਤੇ ਮਤਲਬ ਈਅਰਲੀ ਸਾਲਾਨਾ ਮਤਲਬ ਕਰੋੜਾਂ ਰੁਪਏ ਦੀ ਫੰਡਿੰਗ ਹੁੰਦੀ ਰਹੀ ਹੈ। ਤੇ ਉਹ ਸਾਰਾ ਕੁਝ ਜਿਹੜਾ ਆ ਸਾਡੇ ਸਾਹਮਣੇ ਸੀ, ਪਰ ਰਾਹੁਲ ਗਾਂਧੀ ਦੇ ਕਹਿਣ ਤੇ ਰਾਣਾ ਗੁਰਜੀਤ ਨੂੰ ਜਿਹੜਾ ਹੈ ਕੈਬਨਿਟ ਤੋਂ ਬਾਹਰ ਕੱਢਿਆ ਗਿਆ। ਹੁਣ ਰਾਹੁਲ ਗਾਂਧੀ ਨੇ ਹੀ ਲਿਸਟ ਫਾਈਨਲ ਕੀਤੀ ਹੈ, ਫਿਰ ਕਿਹੜੀ ਅਸੀਂ ਦਾਅਵਾ ਕਰੀਏ ਕਿ ਬੜਾ ਜੀ ਕਲੀਨ ਐਂਡ ਨੀਟ ਹੈ ਜੀ ਸਾਰਾ ਕੁਝ। ਉਹ ਕੁਝ ਵੀ ਨਹੀਂ ਹੈ। ਉਹਦੀ ਤਾਂ ਅਸੀਂ ਹਾਲੇ ਗੱਲੇ ਨਹੀਂ ਸੀ ਕਰ ਰਹੇ, ਅਸੀਂ ਤਾਂ ਇਹ ਦੇਖ ਰਹੇ ਸੀ ਵੀ ਗੋਟੀਆਂ ਜਿਹੜੀਆਂ ਆ ਕਿਵੇਂ ਹਾਈਕਮਾਨ ਦੇ ਵੀ ਜਿਹੜੀਆਂ ਫਿੱਟ ਕੀਤੀਆਂ ਵੀ ਹਾਂ ਵੀ ਜੇ ਕੋਈ ਵੱਡੀ ਬਗਾਵਤ ਹੁੰਦੀ ਹੈ ਤੇ ਉਹਦੇ 'ਚ ਉਹਦੀ ਸ਼ਿੱਦਤ ਜਿਹੜੀ ਘਟਾ ਦਿੱਤੀ ਜਾਏ। ਇਹ ਲੋਕ ਜਿਨ੍ਹਾਂ ਦੀ ਸੰਭਾਵਨਾ ਉਧਰ ਜਾਣ ਦੀ, ਉਹਨਾਂ ਨੂੰ ਰੋਕ ਲਿਆ ਜਾਏ ਇਸ ਬਹਾਨੇ ਦੇ ਨਾਲ। ਤੇ ਇਹ ਕੋਈ ਬਹੁਤ ਮਤਲਬ ਕੋਈ ਹੈਲਦੀ ਪੋਲਿਟਿਕਸ ਤਾਂ ਹੈ ਨਹੀਂ। ਲੋਕਾਂ ਦੇ ਹਿੱਤ ਵਿੱਚ ਤਾਂ ਇਹਦੇ 'ਚੋਂ ਕੁਝ ਨਹੀਂ ਨਿਕਲਦਾ, ਪਰ ਓਵਰਆਲ ਹੀ ਪੋਲਿਟਿਕਸ ਦੇ ਵਿੱਚ ਲੋਕਾਂ ਦੇ ਹਿੱਤ ਨਹੀਂ ਜੁੜੇ ਹੋਏ। ਲੋਕ ਸਰੋਕਾਰ ਤਾਂ ਭਾਰਤੀ ਸਿਆਸਤ ਦੇ ਵਿੱਚੋਂ ਬਹੁਤ ਦੇਰ ਦੇ ਮੁਨਫੀ ਹੋ ਚੁੱਕੇ ਆ। ਅਸੀਂ ਤਾਂ ਚਲੰਤ ਸਿਆਸਤ ਦੇ ਵਿੱਚ ਜੋ ਕੁਝ ਹੋ ਰਿਹਾ, ਵਾਪਰ ਰਿਹਾ, ਉਹਦੇ ਤੇ ਚਰਚਾ ਕਰ ਰਹੇ ਹਾਂ। ਲੋਕ ਸਿਆਸਤ ਤਾਂ ਇਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ। ਸੋ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਵੀ ਭਾਰਤ ਦੀ ਓਵਰਆਲ ਜਿਹੜੀ ਮੁੱਖ ਧਾਰਾ ਦੀ ਸਿਆਸਤ ਹੈ, ਜਿਹਦੇ 'ਚ ਬੀਜੇਪੀ ਹੈ, ਅਕਾਲੀ ਹੈ, ਜਾਂ ਖੇਤਰੀ ਪਾਰਟੀਆਂ ਬਾਕੀ ਹੈ, ਜਾਂ ਕਾਂਗਰਸ ਹੈ, ਇਹਨਾਂ ਸਾਰਿਆਂ ਦਾ ਜਿਹੜਾ ਪੋਲੀਟੀਕਲ ਕਰੈਕਟਰ ਲਗਭਗ ਸੇਮ ਹੈ। ਇਹਨਾਂ ਦੇ ਕੋਲ ਲੋਕ ਸਰੋਕਾਰ ਤਾਂ ਹੈ ਹੀ ਨਹੀਂ। ਲੋਕਾਂ ਦੇ ਤਾਂ ਖਿਲਾਫ ਖੜਦੇ ਨੇ। ਇਹ ਐਂਟੀ ਪੀਪਲ ਪੋਲਿਟਿਕਸ ਹੈ, ਸਿਰਫ ਚਲੰਤ ਜੀ ਸਿਆਸਤ ਕਰਕੇ ਲੋਕਾਂ ਨੂੰ ਭਰਮ ਭੁਲੇਖਿਆਂ ਦੇ ਵਿੱਚ ਫਸਾ ਕੇ ਤੇ ਵੋਟ ਹਾਸਲ ਕਰਨ ਤੱਕ ਇਹਨਾਂ ਦੀ ਜਿਹੜੀ ਕਹਿ ਲਓ ਵੀ ਜਿਹੜੀ ਸਿਆਸਤ ਰਹਿ ਜਾਂਦੀ ਹੈ। ਵੋਟਾਂ ਹਾਸਲ ਕਰਕੇ, ਸੱਤਾ ਤੇ ਕਾਬਜ ਹੋ ਕੇ, ਕੁਰਸੀ ਹਾਸਲ ਕਰਕੇ ਮੁੜ ਕੇ 4 ਸਾਲ ਲੋਕਾਂ ਦੇ ਨੇੜੇ ਨਹੀਂ ਆਉਂਦੇ ਤੇ ਆਖਰੀ ਸਾਲ ਦੇ ਵਿੱਚ ਫੇਰ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਜਿਹੜੀਆਂ ਇਸ ਵੇਲੇ ਪੰਜਾਬ 'ਚ ਚੱਲ ਰਹੀਆਂ। ਦਸਾਂਝ ਸਾਹਿਬ, ਚਲੋ ਸਿਆਸੀ ਤੌਰ ਤੇ ਮੰਤਰੀ ਜਿਹੜੇ ਬਣਾਉਣੇ ਹੁੰਦੇ ਆ ਉਹ ਤੇ ਇਹਨਾਂ ਦੀ, ਮੈਂ ਪਹਿਲਾਂ ਹੀ ਕਿਹਾ ਕਿ ਇਹਨਾਂ ਦਾ ਆਪਣਾ ਮਾਮਲਾ ਆ, ਪਰ ਲੋਕ ਵੇਖ ਰਹੇ ਹੁੰਦੇ ਆ ਨਾ ਵੀ ਕਿਸ ਤਰ੍ਹਾਂ ਦੇ ਲੋਕਾਂ ਨੂੰ ਫੇਰ ਅੱਗੇ ਲਿਆਉਣ ਦਾ ਦੇ ਦਿੱਤਾ ਗਿਆ। ਜਿਹੜਾ ਕਿਹਾ ਜਾ ਰਿਹਾ ਸੀ ਕਿ 2-3 ਮਹੀਨਿਆਂ 'ਚ ਇੱਕ ਇਹੋ ਜਿਹਾ ਤਾਕਤ ਦੇ ਨਾਲ ਸਰਕਾਰ ਚੱਲੇਗੀ ਕਿ ਉਹ ਧੋਣਾ ਧੋ ਦੇਗੀ 4-4.5 ਸਾਲ ਦਾ ਜਿਹੜਾ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ ਉਹਦਾ। ਪਰ ਜਿੱਦਾਂ ਦੇ ਅਸਾਰ ਬਣ ਰਿਹਾ, ਲੱਗਦਾ ਇਹ ਆ ਕਿ ਆਪਸੀ ਵਿਰੋਧ ਜਿਹੜਾ ਇਹਨਾਂ ਦਾ ਹੋਣਾ ਨਾ ਵਿੱਚ ਹੁਣ ਤੁਸੀਂ ਮੰਤਰੀਸ਼ਿਪ ਵੰਡਣ ਤੋਂ ਹੀ ਵੇਖ ਲਿਓ ਵੀ ਕਿਹਨੂੰ ਅਹੁਦਾ ਮਿਲਣਾ। 3 ਮਹੀਨਿਆਂ 'ਚ ਹੀ ਇਹਨਾਂ ਨੇ ਉਹ ਮਲਾਈਦਾਰ ਅਹੁਦੇ ਲੈ ਕੇ ਦੱਸੋ 2-3 ਮਹੀਨਿਆਂ 'ਚ ਕੀ ਕਰ ਲੈਣਾ। 2-3 ਮਹੀਨਿਆਂ 'ਚ ਕਿੰਨੀ ਕੁ ਲੁੱਟ ਕਰ ਲੈਣਗੇ। ਜੇ 4 ਸਾਲਾਂ ਨੇ ਲੋਕਾਂ ਦੇ ਢਿੱਡ ਨਹੀਂ ਭਰੇ ਤੇ ਫਿਰ 2-3 ਮਹੀਨਿਆਂ ਲਈ ਇਹਨਾਂ ਤਰਲੋਂ ਮੱਛੀ ਹੋ ਰਿਹਾ ਕਿ ਮੈਨੂੰ ਉਹ ਮਹਿਕਮਾ ਮਿਲ ਜੇ ਜਿਸ 'ਚੋਂ ਮੈਨੂੰ ਕੋਈ 4 ਪੈਸੇ ਬਣ ਜਾਣ। ਤੇ ਇਹ ਤੇ ਰਹਿ ਗਿਆ ਮੰਤਰੀਆਂ ਵਾਲਾ ਕੰਮ। ਦੂਜੇ ਕੰਮ ਜਿਹੜਾ ਸਰਕਾਰ ਚਲਾਉਣ ਲਈ, ਜਿਸ ਤਰ੍ਹਾਂ ਹੁਣ ਵਿਨੀ ਮਹਾਜਨ ਨੂੰ ਲਾ ਕੇ ਬਣਾਇਆ ਗਿਆ, ਉਹਦੇ ਲਈ ਵੀ ਇਹ ਲੰਬਾ ਸਮਾਂ ਲੱਗ ਰਿਹਾ ਵਾ। ਜਿੱਦਾਂ ਦੇਖਿਆ ਜਾ ਰਿਹਾ ਕਿ ਐਡਵੋਕੇਟ ਜਨਰਲ ਤੀਜਾ ਨਾਂ ਸਾਹਮਣੇ ਆ ਗਿਆ। 2 ਵਿਅਕਤੀ ਪਹਿਲੋਂ, ਤੇ ਹੁਣ ਜਿਹੜਾ ਲਿਆਂਦਾ ਆ
ਉਹਦੇ ਬਾਰੇ ਬੜੀਆਂ ਚਰਚਾ ਚੱਲ ਪਈਆਂ ਵੀ ਇਹ ਤੇ ਸਮੇਤ ਸੈਣੀ ਦਾ ਵਕੀਲ ਸੀਗਾ ਜੀ, ਇਹ ਤੇ ਕੈਪਟਨ ਦਾ ਵਕੀਲ ਸੀਗਾ, ਇਹਨੇ ਕਦੀ ਕੇਸ ਹਾਰੇ ਹੀ ਨਹੀਂ, ਇਹ ਤੇ ਬੰਦਾ ਉਹਨਾਂ ਦਾ ਬੰਦਾ ਤੇ ਉਹਨੂੰ ਲਿਆ ਕੇ ਖੜਾ ਕਰ ਲਿਆ। ਇਹ ਸਾਰਾ ਕੁਝ ਵੀ ਜਿਹੜਾ ਸਿਆਸਤ ਨਾਲੋਂ ਨਾਲ ਚੱਲ ਰਿਹਾ ਆ, ਉਹ ਫਿਰ ਕਿਤੇ ਨਾ ਕਿਤੇ ਜਿਹੜਾ ਚੰਨੀ ਦਾ ਬਿੰਬ ਬਣ ਰਿਹਾ ਸੀਗਾ, ਇੱਕ ਆਮ ਆਦਮੀ ਵਾਲਾ ਬਿੰਬ ਬਣ ਰਿਹਾ ਸੀ, ਗਰੀਬ ਵਿਅਕਤੀ ਵਾਲਾ ਬਿੰਬ ਬਣ ਰਿਹਾ ਸੀਗਾ, ਉਹ ਟੁੱਟਦਾ ਨਜ਼ਰ ਆਉਂਦਾ। ਦੇਖੋ ਕ੍ਰੈਡੀਬਿਲਿਟੀ ਤਾਂ ਤੁਹਾਡੀ ਲੂਜ਼ ਹੁੰਦੀ ਹੈ ਜੇ ਤੁਸੀਂ ਆਪਣੇ ਲਈ ਫੈਸਲੇ 2 ਦਿਨਾਂ ਬਾਅਦ ਹੀ ਬਦਲਣ ਲੱਗ ਪਓ। ਇਹਦਾ ਮਤਲਬ ਹੈ ਕਿ ਜੇ ਤੁਸੀਂ ਮਤਲਬ ਪੋਰਟਫੋਲੀਓ ਵੀ ਨਹੀਂ ਟਾਈਮਲੀ ਵੰਡ ਸਕਦੇ, 2 ਦਿਨ ਹੋ ਜਾਣੇ ਆ ਅੱਜ ਵਜ਼ਾਰਤ ਬਣਾਈ ਨੂੰ, ਚਾਹੀਦਾ ਤਾਂ ਇਹੀ ਹੈ ਕਿ ਜਦੋਂ ਵਜ਼ਾਰਤ ਬਣਾਈ ਹੈ ਨਾਲ ਦੀ ਨਾਲ ਜਿਹੜਾ ਹੈ ਤੁਸੀਂ ਉਹਨਾਂ ਦੀ ਮਹਿਕਮੇ ਦੀ ਵੰਡ ਵੀ ਕਰ ਦਿਓ। ਜੇ ਗੱਲ ਅੜੀ ਹੋਈ ਹੈ ਕਿਤੇ, ਇਹਦਾ ਮਤਲਬ ਹੈ ਕਿ ਕਾਫੀ ਜ਼ਿਆਦਾ ਇਧਰੋਂ ਉਧਰੋਂ ਧੜੇ ਜਿਹੜੇ ਹੈਗੇ ਆ ਆਪਣੇ ਆਪਣੇ ਢੰਗ ਦੇ ਨਾਲ ਆਪਣੀ ਲੌਬਿੰਗ ਚ ਰੁੱਝੇ ਹੋਏ ਨੇ, ਤੇ ਏਦਾਂ ਹੀ ਜਿਹੜੀ ਅਫਸਰਸ਼ਾਹੀ ਹੈ ਲਗਾਤਾਰ ਜਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਜਾਂ ਬਦਲਿਆ ਜਾ ਰਿਹਾ, ਆਪਣੀ ਮਰਜ਼ੀ ਦੇ ਅਫਸਰ ਲਾਏ ਜਾ ਰਹੇ ਆ। ਚਾਹੀਦਾ ਤਾਂ ਇਹ ਸੀ ਵੀ ਜਿਹੜੇ ਮਰਜ਼ੀ ਦੇ ਵੀ ਲਾ ਦਿੱਤੇ ਜਾਂਦੇ ਉਹ ਵੀ ਬਦਲਣੇ ਪੈ ਰਹੇ ਆ, ਜਿੱਦਾਂ ਤੁਸੀਂ ਐਡਵੋਕੇਟ ਜਨਰਲ ਦਾ ਦੱਸਿਆ। ਤੇ ਜੇ ਆਪਣੇ ਕੀਤੇ ਹੋਏ ਫੈਸਲਿਆਂ ਨੂੰ ਤੁਹਾਨੂੰ 2 ਦਿਨਾਂ ਬਾਅਦ ਹੀ ਜਿਹੜਾ ਹੈ ਉਹ ਬਦਲਣਾ ਪੈ ਰਿਹਾ, ਤਾਂ ਕਿੰਨੀ ਕੁ ਕ੍ਰੈਡੀਬਿਲਿਟੀ ਤੁਹਾਡੀ ਬਚਦੀ ਹੈ? ਕ੍ਰੈਡੀਬਿਲਿਟੀ ਤਾਂ ਲੂਜ਼ ਹੁੰਦੀ ਹੈ। ਚਾਹੀਦਾ ਤਾਂ ਇਹ ਸੀ ਵੀ ਇਹ ਸਾਰੀਆਂ ਚੀਜ਼ਾਂ ਛੱਡ ਕੇ ਇਹ 2.5-3 ਮਹੀਨੇ ਜਿਹੜਾ ਕੋਈ ਨਵਾਂ ਅਫਸਰ ਆਉਂਦਾ, ਜਿਹੜਾ ਵਿਨੀ ਮਹਾਜਨ ਦੀ ਥਾਂ ਤੇ ਤੁਸੀਂ ਕਿਸੇ ਨੂੰ ਲਾਤਾ, ਦਿਨਕਰ ਗੁਪਤਾ ਛੁੱਟੀ 'ਚ ਚਲ ਗਏ, ਇਕਬਾਲ ਸਿੰਘ ਸੋਤਾ ਨੂੰ ਤੁਸੀਂ ਲਾ ਦਿੱਤਾ, ਪਹਿਲਾਂ ਨਾ ਕਿਸੇ ਹੋਰ ਦਾ ਚੱਲਦਾ ਸੀ। ਇਹ ਲੋਕ ਜਿਹੜੇ ਆਉਂਦੇ ਆ ਇਹਨਾਂ ਨੂੰ ਆਪਣੇ ਨਵੇਂ ਅਹੁਦੇ ਸੰਭਾਲਦਿਆਂ 5-4 ਦਿਨ ਲੱਗ ਜਾਂਦੇ ਆ। ਕੰਮ ਕਰਨ ਦੀ ਤਾਂ ਬਾਅਦ ਦੀ ਗੱਲ ਹੁੰਦੀ ਹੈ। ਤੇ ਜਿਹੜਾ ਬੰਦਾ ਨਵਾਂ ਹੈਡ ਲੱਗਦਾ, ਜੇ ਪੰਜਾਬ ਦੇ ਮੁੱਖ ਮੰਤਰੀ ਨਵੇਂ ਲੱਗੇ ਆ, ਉਹਨੇ ਆਪਣੀ ਮਰਜ਼ੀ ਨਾਲ ਅਫਸਰਸ਼ਾਹੀ ਜਿਹੜੀ ਆ ਲਾ ਲਈ ਜਾਂ ਬਦਲ ਲਈ ਜਾਂ ਬਦਲ ਰਹੇ ਆ। ਤੇ ਜਿਸ ਅਫਸਰ ਨੂੰ ਜਿਸ ਮਹਿਕਮੇ ਦਾ ਮਤਲਬ ਅਫਸਰ ਹੋਊਗਾ ਉਹਨੂੰ ਬਦਲ ਦਿੱਤਾ ਤਾਂ ਉਹ ਆਪਣੇ ਮਹਿਕਮੇ 'ਚ ਸਾਰੀ ਐਕਸਰਸਾਈਜ਼ ਕਰਨ ਲੱਗ ਪੈਂਦਾ। ਹੁਣ ਜਿਹੜਾ ਪੁਲਿਸ ਦਾ ਚੀਫ ਹੈ ਉਹ ਦੇਖੂਗਾ ਵੀ ਥੱਲੇ ਤੱਕ ਮਤਲਬ SHO ਤੱਕ ਕਿਹੜੇ ਬਦਲਨੇ ਆ, 5-7-10 ਦਿਨ ਏਦਾਂ ਲਗਾ ਦੇਣਗੇ, ਤੇ ਫਿਰ ਕ੍ਰੈਡੀਬਿਲਿਟੀ ਕਿੱਥੇ ਰਹਿ ਜਾਂਦੀ ਹੈ? ਕੰਮ ਕਰਨਾ ਕਦੋਂ? ਦਿਨ ਤੁਹਾਡੇ ਕੋਲ ਕਿੰਨੇ ਰਹਿ ਗਏ? 90। ਮਤਲਬ 100 ਦਿਨ ਕਹਿੰਦੇ ਸੀਗੇ ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਆਏ ਵੀ 100 ਦਿਨ ਹੈਗੇ ਆ, 100 ਦਿਨਾਂ ਬਾਅਦ ਜੀ ਇਲੈਕਸ਼ਨ ਕੋਡ ਆਫ ਕੰਡਕਟ ਲੱਗ ਜਾਣਾ, ਚੋਣ ਜ਼ਾਬਤਾ ਲੱਗ ਜਾਣਾ। ਹੁਣ 10 ਦਿਨ ਤਾਂ ਆਪਣੇ ਬਰਬਾਦ ਕਰ ਲਏ ਆ, ਹਾਲੇ 10 ਦਿਨ ਏਦਾਂ ਹੋਰ ਲਗਾ ਦੇਣਗੇ। ਕੰਮ ਕਿਹੜੇ ਵੇਲੇ ਕਰਨਾ? ਉਹਦੇ 'ਚ ਮੈਂ ਤੁਹਾਨੂੰ ਦੱਸਦਾ ਕਿ ਨੰਬਰ 1 ਤਾਂ ਇਹ ਆ ਵੀ ਕੁਰਸੀ ਤੇ ਜਦੋਂ ਤੁਸੀਂ ਆਉਂਦੇ ਹੋ ਤਾਂ ਤਰਜੀਹਾਂ ਜਿਹੜੀਆਂ ਬਦਲ ਜਾਂਦੀਆਂ। ਕੁਰਸੀ ਤੁਹਾਨੂੰ ਆਪ ਕਹਿਣ ਲੱਗ ਪੈਂਦੀ ਹੈ ਵੀ ਆਹ ਜੋ ਤੂੰ ਕਰਨ ਲੱਗਾ ਇਹ ਤੂੰ ਹੋਣਾ ਨਹੀਂ, ਨਾ ਕਰ। ਕੁਰਸੀ ਦਾ ਇੱਕ ਪੂਰੀ ਦਾ ਪੂਰਾ ਪ੍ਰੋਸੀਜਰ ਹੁੰਦਾ। ਜਦੋਂ ਸਰਕਾਰ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਬਣਾਈ ਗਈ ਆ ਹੁਣ, ਤੇ ਜਦੋਂ ਇਹ ਸਰਕਾਰ 'ਚ ਇਸ ਰੂਪ ਦੇ ਵਿੱਚ ਨਹੀਂ ਸੀਗੇ, ਉਦੋਂ ਇਹਨਾਂ ਦੇ ਦਾਅਵੇ ਹੋਰ ਸੀ। ਸੁਖਜਿੰਦਰ ਸਿੰਘ ਰੰਧਾਵਾ ਤੋਂ ਲੈ ਕੇ ਤ੍ਰਿਪਤਜਿੰਦਰ ਬਾਜਵਾ ਜਾਂ ਜਿਹੜੇ ਵੀ ਲੋਕ ਬਗਾਵਤ ਕਰ ਰਹੇ ਸੀ ਕੈਪਟਨ ਅਮਰਿੰਦਰ ਦੇ ਖਿਲਾਫ, ਉਦੋਂ ਕੁਝ ਗੱਲਾਂ ਹੋਰ ਕਰਦੇ ਸੀ। ਜਿਹੜੀਆਂ ਗੱਲਾਂ ਕਰਦੇ ਸੀ ਜਦੋਂ ਹੁਣ ਆਪ ਆ ਗਏ ਨੇ ਕੁਰਸੀ ਤੇ, ਜਿਹਨੂੰ ਕਿਹਾ ਵੀ ਕੈਪਟਨ ਅਮਰਿੰਦਰ ਨੇ ਵੀ ਹੁਣ ਤੁਹਾਨੂੰ ਕੌਣ ਰੋਕਦਾ ਭਾਈ, ਹੁਣ ਸਰਕਾਰ ਤੁਹਾਡੀ, ਸਾਰਾ ਕੁਝ ਤੁਹਾਡੇ ਕੋਲ, ਦੇ ਦਿਓ ਮਜੀਠੀਏ ਨੂੰ ਅੰਦਰ। ਹੁਣ ਜਦੋਂ ਇਹ ਸਰਕਾਰ 'ਚ ਆ ਗਿਆ ਤੇ ਜਦੋਂ ਆ ਕੇ ਦੇਖਿਆ ਵੀ ਇਹਦਾ ਪ੍ਰੋਸੀਜਰ ਹੁੰਦਾ ਇੱਕ ਭਾਈ, ਖਾਸ ਤੌਰ ਦੇ ਉੱਤੇ ਜੇ ਕੋਈ ਫੈਸਲਾ ਕਰ ਲਵੇ, ਮੰਨ ਲਓ ਅੱਜ ਜਿਹੜੀ ਭਾਸ਼ਾ ਬੋਲਦੇ ਰਹੇ ਨੇ ਜਿਹੜੇ ਰੰਧਾਵਾ ਸਾਹਿਬ ਜਾਂ ਤ੍ਰਿਪਤਜਿੰਦਰ ਬਾਜਵਾ ਜਾਂ ਬਾਕੀ ਨਵਜੋਤ ਸਿੰਘ ਸਿੱਧੂ, ਵੀ ਇਹ ਤਾਂ ਬਾਦਲ ਟੰਗਣੇ ਆ, ਤੇ ਹੁਣ ਬਾਦਲ ਟੰਗੇ ਨਹੀਂ ਜਾਣੇ ਉਸ ਰੂਪ ਦੇ ਵਿੱਚ। ਜੇ ਬਾਦਲਾਂ ਨੂੰ ਟੰਗਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਸਾਹਮਣੇ ਅਦਾਲਤ ਖੜੀ ਹੈ, ਇੱਕ ਦਿਨ ਜੇਲ੍ਹ 'ਚ ਵੀ ਧੱਕ ਦਊਗੇ ਤੇ ਦੂਏ ਦਿਨ ਉਹਨਾਂ ਦੀ ਜ਼ਮਾਨਤ ਹੋ ਜਾਣੀ, ਜਿੱਦਾਂ ਸੁਮੇਧ ਸਿੰਘ ਸੈਣੀ ਦੀ ਹੋਈ ਹੈ, ਤੇ ਫਿਰ ਉਹ ਹੀਰੋ ਬਣਨੇ ਆ। ਇਹ ਬਹੁਤ ਤਲਵਾਰ ਦੀ ਧਾਰ ਤੇ ਤੁਰ ਰਹੀ ਹੈ ਇਸ ਵੇਲੇ ਦੀ ਸਰਕਾਰ ਬਹੁਤ ਜ਼ਿਆਦਾ ਮੁਸ਼ਕਲ ਸਥਿਤੀ ਦੇ ਵਿੱਚ ਹੈ। ਜੋ ਕੁਝ ਦਾਅਵੇ ਕੀਤੇ ਸੀ ਉਹ ਹੋਣੇ ਨਹੀਂ। ਹਾਂ, ਏਦਾਂ ਦੀਆਂ ਗੱਲਾਂ ਕਰਕੇ ਚਰਨਜੀਤ ਸਿੰਘ ਚੰਨੀ ਜਾਇਆ ਕਰਨਗੇ ਗੱਡੀ ਲੈ ਕੇ ਘੁੰਮਦੇ ਫਿਰਦੇ ਪੰਜਾਬ ਦੇ ਵਿੱਚ, ਕਿਤੇ ਵਿਆਹ ਵੀ ਹੋਇਆ ਤੇ ਸ਼ਗਨ ਫੜਾਤਾ ਜਾ ਕੇ ਪਪੂਲੈਰਿਟੀ ਹਾਸਲ ਕਰ ਲਈ, ਕਿਤੇ ਕੋਈ ਕਿਸੇ ਦੀ ਡੈਥ ਹੋ ਗਈ ਜਾ ਕੇ ਭੋਗ ਤੇ ਜਾਏ, ਏਦਾਂ ਦੇ ਪਾਪੂਲਰ ਜਿਹੇ ਸਟੈਪ ਵੀ ਹਾਂ ਵੀ ਲੋਕਾਂ 'ਚ ਵਿਚਰਦੇ ਆ ਜੀ। ਇਹ ਤਾਂ ਬੜਾ ਆਮ ਬੰਦਾ ਜੀ, ਚਰਨਜੀਤ ਸਿੰਘ ਚੰਨੀ ਆਮ ਬੰਦਾ। ਕੰਮ ਕਿਹਨੇ ਕਰਨੇ ਆ? ਜਿਹੜੇ ਦਾਅਵੇ ਕੀਤੇ ਸੀ ਉਹ ਕੰਮ ਕਰਨੇ ਬਹੁਤ ਮੁਸ਼ਕਿਲ ਹੈ। ਖਾਸ ਤੌਰ ਤੇ 5-4 ਜਿਹੜੇ ਇਸ਼ੂ ਹੈ ਜਿਨ੍ਹਾਂ ਬਾਰੇ ਕਿਹਾ ਗਿਆ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਹੈ, ਚਾਹੇ ਉਹ ਮਾਫੀ ਦਾ ਮਾਮਲਾ ਹੈ, ਡਰੱਗ ਦਾ ਮਾਮਲਾ ਹੈ, ਜਾਂ ਉਹ ਜਿਹੜੀ ਬਿਜਲੀ ਦੇ ਸਮਝੌਤੇ ਹੈ PPA, ਇਹਨਾਂ ਤੇ ਕੰਮ ਕਦੋਂ ਕਰਨਾ, ਕਿਵੇਂ ਕਰਨਾ, ਕੀ ਵਿਧੀ ਹੈ, ਕੋਈ ਕੁਝ ਨਹੀਂ ਦੱਸਿਆ ਜਾ ਰਿਹਾ। ਜਦੋਂ ਨਹੀਂ ਸੀ ਕੁਰਸੀ ਤੇ ਬੈਠੇ ਉਦੋਂ ਕੁਝ ਹੋਰ ਸੀ, ਹੁਣ ਕੁਝ ਹੋਰ ਹੈ। ਕੁਰਸੀ ਤੁਹਾਡੀ ਜ਼ਿੰਮੇਵਾਰੀ ਹੈ,
ਤੇ ਕੁਰਸੀ ਜਿਹੜੀ ਜਿਸ ਕਿਸਮ ਦੀ ਜ਼ਿੰਮੇਵਾਰੀ ਹੈ ਉਹਦੇ 'ਚ ਬੈਠਦਿਆਂ ਹੀ ਤੁਹਾਡੇ ਤੌਰ ਤਰੀਕੇ ਵੀ ਬਦਲ ਜਾਂਦੇ ਆ। ਇਹ ਹੁਣ ਬਹੁਤ ਵੱਡੇ ਚੈਲੰਜਸ ਨੇ ਇਸ ਸਰਕਾਰ ਵਾਸਤੇ। ਜੀ ਅੱਛਾ ਕਿਸਾਨ ਸਾਹਿਬ, ਜੇਕਰ ਆਪਾਂ ਵੇਖੀਏ ਕਿ ਜਿੰਨੇ ਕੁ ਦਿਨ ਬਾਕੀ ਆ, ਜਿਵੇਂ 90 ਦਿਨ 80 ਦਿਨ ਦੀ ਗੱਲ ਕਰ ਰਹੇ ਆ ਆਪਾਂ, ਉਹਨਾਂ 'ਚ ਕੋਈ ਪਤਾ ਨਹੀਂ, ਭਰੋਸਾ ਨਹੀਂ ਕਿ ਸਰਕਾਰ ਜਿਹੜੀ ਆ ਉਹ ਕਿੱਦਣ ਉਹ ਲੈ ਆਉਂਦੀ ਆ ਨੋਟੀਫਿਕੇਸ਼ਨ। 4 ਦਿਨ ਪਹਿਲਾਂ ਵੀ ਆ ਸਕਦਾ, ਉਹ 'ਚੋਂ ਵੀ ਦਿਨ ਘੱਟ ਸਕਦੇ ਆ। ਇਹਨਾਂ ਨੂੰ ਤੇ ਜੇ ਇਹਨਾਂ ਦੀ ਨੀਅਤ ਸਾਫ਼ ਹੋਵੇ, ਨੀਤੀ ਹੋਵੇ, ਇਹਨਾਂ ਕੋਲ ਕੁਝ ਕਰਨ ਦਾ ਹੋਵੇ, ਤਾਂ ਫਿਰ ਤੇ ਇਹਨਾਂ ਨੂੰ ਜਿਸ ਤਰ੍ਹਾਂ ਉਹਨੇ 12-14 ਸਲਾਹਕਾਰ ਬਣਾਏ ਸੀਗੇ, ਤੇ ਚੰਨੀ ਰੀਵੀ ਤੇ ਜਿੱਦਾਂ ਦੇ ਨਰਿੰਜਨ ਸਿੰਘ ਸੀ ਈਡੀ ਵਾਲੇ ਜਾਂ ਕੁਝ ਹੋਰ ਵਿਅਕਤੀ ਜਿਹੜੇ ਇਸ ਵੇਲੇ ਸੇਵਾ ਮੁਕਤ ਹੋ ਗਏ ਆ, ਉਹਨਾਂ ਨੂੰ ਆਪਣੇ ਸਲਾਹਕਾਰਾਂ ਦੀ ਟੀਮ 'ਚ ਲਿਆ ਸਕਦੇ ਸੀ, ਜਿਨ੍ਹਾਂ ਲੋਕਾਂ ਨੇ ਉਹ ਸਾਰੇ ਕੇਸ ਆਪਣੀ ਨਿਗਰਾਨੀ ਥੱਲੇ ਕੀਤੇ ਨੇ ਤੇ ਉਹਨਾਂ ਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਆ। ਉਹਨਾਂ ਲੋਕਾਂ ਦੀ ਟੀਮ ਜੋੜ ਕੇ ਨਾਲ ਵਾਰ ਰੂਮ ਬਣਾਉਂਦੇ, ਸ਼ਿਫਟਾਂ 'ਚ ਕੰਮ ਹੋਵੇ, ਦਿਨ ਰਾਤ ਵਾਰੀ-ਵਾਰੀ ਮੰਤਰੀਆਂ ਦੀ ਡਿਊਟੀ ਲੱਗੇ, ਰਾਤ ਦਿਨ 3 ਸ਼ਿਫਟਾਂ ਚੱਲਣ, ਤੇ ਫਿਰ ਭਾਵੇਂ ਕੋਈ ਨਾ ਕੋਈ ਕਰ ਸਕਣ। ਜੇ ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਕਿ ਬੜੇ ਆਰਾਮ ਨਾਲ ਦੇਖਾਂਗੇ ਜੀ, ਅਗਲੀ ਮੀਟਿੰਗ 'ਚ ਵੇਖਾਂਗੇ, ਤੇ ਫਿਰ ਤੇ ਕੁਝ ਨਹੀਂ ਕਰ ਪਾਉਣਗੇ। ਔਰ ਦੂਜਾ ਜਿਹੜਾ ਇੱਕ ਹੋਰ ਚਰਚਾ ਚੱਲ ਰਹੀ ਆ, ਪਤਾ ਨਹੀਂ ਉਹ ਕਿੰਨੀ ਕੁ ਸਹੀ ਆ, ਕਿ 2-3 ਦਿਨ ਜਿਹੜੇ ਨਵਜੋਤ ਸਿੱਧੂ ਸੀ ਉਹਨਾਂ ਸੁਪਰ ਸੀਐਮ ਵਾਲਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਹੁਣ ਕਿਤੇ ਨਾ ਕਿਤੇ ਜਾਂ ਤੇ ਹਾਈ ਕਮਾਂਡ ਵੱਲੋਂ ਜਾਂ ਖੁਦ ਚੰਨੀ ਹਰਾਨਾ ਉਹਨਾਂ ਨੂੰ ਕੋਈ ਇਸ਼ਾਰਾ ਕੀਤਾ ਗਿਆ, ਤੇ ਹੁਣ ਕੋਈ ਥੋੜਾ ਜਿਹਾ ਉਹਨਾਂ ਦਾ ਆਪਸੀ ਵੀ ਕਹਿੰਦੇ ਆ ਕਿ ਤਕਰਾਰ ਹੋਣ ਦੀ ਸੰਭਾਵਨਾ ਬਣੀ ਹੋਈ ਆ, ਕਿ ਜਿਹੜਾ ਰੁਖ ਸਿੱਧੂ ਰਿਠਾਉਂਦੇ ਰਹੇ ਨੇ ਹਰ ਇੱਕ ਵਿਅਕਤੀ ਨਾਲ ਝਗੜੇ ਵਾਲਾ, ਹੋ ਸਕਦਾ ਹੈ ਕਿ 2-4 ਦਿਨਾਂ 'ਚ ਚੰਨੀ ਹਰਾਨਾ ਨਾਲ ਵੀ ਉਹਨਾਂ ਦਾ ਇਸ ਤਰ੍ਹਾਂ ਦਾ ਮਾਹੌਲ ਸ਼ੁਰੂ ਹੋ ਜੇ। ਦੇਖੋ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਵੀ ਤਕਰਾਰ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦਾ ਸ਼ਾਇਦ ਸ਼ੁਰੂ ਹੋਣ ਦੀ ਸੰਭਾਵਨਾ ਹੈ, ਪਰ ਜਿਸ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਕੁਝ ਵੀ ਪੋਸੀਬਲ ਤਾਂ ਹੈ, ਹੁੰਦਾ ਹੈ। ਇਹੀ ਸੀਗੇ ਰੰਧਾਵਾ ਸਾਹਿਬ, ਸੁਰਿੰਦਰ ਰੰਧਾਵਾ ਤੇ ਨਵਜੋਤ ਸਿੱਧੂ, ਐਂ ਲੱਗਦਾ ਸੀ ਵੀ ਇੱਕ ਧੜਾ ਹੈ। ਜਦੋਂ ਆਪਣੀ ਵਾਰੀ ਆਈ, ਤੁਹਾਨੂੰ ਪਤਾ ਹੀ ਹੈ ਵੀ ਜੇ ਸੁਰਿੰਦਰ ਸਿੰਘ ਰੰਧਾਵਾ ਦਾ ਨਾਮ ਪੇਸ਼ ਹੋਇਆ ਐਜ਼ ਏ ਸੀਐਮ, ਵੀ ਨਹੀਂ ਸੁਨੀਲ ਜਾਖੜ ਨਹੀਂ ਚਾਹੀਦਾ ਜੀ, ਪੰਜਾਬ ਦੇ ਵਿੱਚ ਤਾਂ ਸਿੱਖ ਚਿਹਰਾ ਹੀ ਚਾਹੀਦਾ, ਜੱਟ ਸਿੱਖ ਚਾਹੀਦਾ, ਤੇ ਕਿਸੇ ਨੇ ਨਾਂ ਨਹੀਂ ਪੇਸ਼ ਕੀਤਾ ਤੇ ਆਪਣਾ ਨਾਂ ਆਪ ਹੀ ਪੇਸ਼ ਕੀਤਾ ਨਵਜੋਤ ਸਿੰਘ ਸਿੱਧੂ ਨੇ, ਵੀ ਜੇ ਜੱਟ ਸਿੱਖ ਹੀ ਚਾਹੀਦਾ ਤੇ ਰੰਧਾਵਾ ਕਿਉਂ, ਮੈਂ ਕਿਉਂ ਨਹੀਂ। ਮਤਲਬ ਜੇ ਤੁਸੀਂ ਕੈਪਟਨ ਨੂੰ ਲਾਉਣ ਵੇਲੇ ਐਂ ਲੱਗਦਾ ਵੀ ਇਹ ਇਕੱਠੇ ਆ ਜੀ, ਬਗਾਵਤੀ ਧੜਾ ਏਦਾਂ ਜੀ, ਕੋਈ ਐ ਨਵਜੋਤ ਸਿੰਘ ਸਿੱਧੂ ਦਾ ਧੜਾ ਦੱਸਿਆ ਜਾਣ ਲੱਗ ਪਿਆ ਸੀ। ਮੈਂ ਉਦੋਂ ਵੀ ਕਿਹਾ ਸੀ ਕਿ ਇਹ ਧੜਾ ਕੋਈ ਨਵਜੋਤ ਸਿੰਘ ਸਿੱਧੂ ਦਾ ਨਹੀਂ, ਇੱਥੇ ਇੱਕ ਨਹੀਂ 2-2 3-3 ਧੜੇ ਆ, ਵੀ ਰੰਧਾਵੇ ਉਹਨਾਂ ਦਾ ਧੜਾ ਕੋਈ ਵੱਖਰਾ ਹੀ ਬਣਦਾ ਦਿਖਾਈ ਦੇ ਰਿਹਾ, ਤੇ ਉਸ ਗੱਲ ਜਿਹੜੀ ਆ ਪ੍ਰਮਾਣਿਤ ਹੋਈ ਹੈ। ਹੁਣ ਵੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਰਿਸ਼ਤਾ ਆਪਾਂ ਦੇਖਿਆ, ਜਿਵੇਂ ਦਰਬਾਰ ਸਾਹਿਬ ਨਤਮਸਤਕ ਹੋਣ ਵੇਲੇ ਤੱਕ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਐਕਟ ਰਿਹਾ, ਉਹ ਬਹੁਤ ਜ਼ਿਆਦਾ ਡੈਮੇਜਿੰਗ ਸੀ ਚਰਨਜੀਤ ਸਿੰਘ ਚੰਨੀ ਵਾਸਤੇ। ਸਾਨੂੰ ਮਹਿਸੂਸ ਹੋ ਰਿਹਾ ਸੀ, ਅਸੀਂ ਵਾਰ-ਵਾਰ ਕਹਿ ਰਹੇ ਸੀ ਵੀ ਆਮ ਬੰਦੇ ਨੂੰ ਵੀ ਮਹਿਸੂਸ ਹੋ ਰਿਹਾ ਹੈ ਵੀ ਹੋ ਕੀ ਰਿਹਾ ਹੈ, ਵੀ ਚਰਨਜੀਤ ਸਿੰਘ ਚੰਨੀ ਨੂੰ ਕਿਉਂ ਨਹੀਂ ਸਮਝ ਆ ਰਹੀ। ਤੇ ਜਦੋਂ ਦਿੱਲੀ ਤਲਬ ਕੀਤੇ ਗਏ ਨੇ ਇਹ ਚਰਨਜੀਤ ਸਿੰਘ ਚੰਨੀ, 1 ਵਾਰੀ 2 ਵਾਰੀ 3 ਵਾਰੀ, ਤੇ ਉੱਥੇ ਮਨਪ੍ਰੀਤ ਬਾਦਲ ਬੈਠੇ ਸੀ ਤੇ ਸੁਨੀਲ ਜਾਖੜ ਸੀਗੇ, ਮੈਨੂੰ ਲੱਗਦਾ ਹੈ ਕਿ ਉੱਥੇ ਬੈਠ ਕੇ ਗੱਲਾਂ ਜਿਹੜੀਆਂ ਵਿਚਾਰੀਆਂ ਗਈਆਂ, ਉੱਥੇ ਕਿਤੇ ਨਾ ਕਿਤੇ ਇੱਕ ਡਾਇਰੈਕਸ਼ਨ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ ਵੀ ਭਾਈ ਤੁਸੀਂ ਸਰਕਾਰ ਚਲਾਉਣੀ ਆ, ਨਵਜੋਤ ਸਿੱਧੂ ਚਲਾਵੇ ਪਾਰਟੀ, ਉਹਦਾ ਬਹੁਤਾ ਦਖਲ ਜਿਹੜਾ ਆ ਉਹ ਬਰਦਾਸ਼ਤ ਕਰਨ ਦੀ ਜ਼ਰੂਰਤ ਨਹੀਂ, ਆਪਣੀ ਮਰਜ਼ੀ ਨਾਲ ਆਪਣੇ ਕੈਬਨਿਟ 'ਚ ਬੈਠ ਕੇ ਗੱਲਾਂ ਕਰੋ। ਤੇ ਸਪੈਸ਼ਲੀ ਮਨਪ੍ਰੀਤ ਬਾਦਲ ਜਿਹੜੇ ਆ, ਉਹਨਾਂ ਨੂੰ ਜਿਸ ਢੰਗ ਦੇ ਨਾਲ ਇੱਕ ਜ਼ਿੰਮੇਵਾਰੀ ਦੇ ਦਿੱਤੀ ਗਈ ਲੱਗਦੀ, ਉਹਦੇ 'ਚ ਚਰਨਜੀਤ ਸਿੰਘ ਚੰਨੀ ਇਸ ਗੱਲ ਨੂੰ ਸਮਝ ਗਏ ਲੱਗਦੇ ਆ। ਜਦੋਂ ਤੋਂ ਨਵਜੋਤ ਸਿੰਘ ਸਿੱਧੂ ਜਿਹੜੇ ਆ 2-3 ਦਿਨ ਤੋਂ ਫਰੇਮ 'ਚ ਨਹੀਂ ਦਿਖਾਈ ਦੇ ਰਹੇ, ਉਦੋਂ ਤੋਂ ਚਰਨਜੀਤ ਸਿੰਘ ਚੰਨੀ ਦਾ ਆਉਣ ਜਾਣ ਮਨਪ੍ਰੀਤ ਬਾਦਲ ਦੇ ਘਰ 'ਚ ਜ਼ਿਆਦਾ ਹੋ ਗਿਆ। ਪਿਛਲੇ ਮਤਲਬ 2-3 ਦਿਨਾਂ ਦੇ ਵਿੱਚ 4 ਵਾਰ ਉਹ ਚਰਨਜੀਤ ਚੰਨੀ ਜਿਹੜੇ ਆ ਉਹਨਾਂ ਦੇ ਘਰ ਜਾ ਚੁੱਕੇ ਆ। ਤੇ ਮਨਪ੍ਰੀਤ ਬਾਦਲ ਬਾਰੇ ਤੇ ਸੁਨੀਲ ਜਾਖੜ ਬਾਰੇ ਮੈਂ ਪਿਛਲੇ ਵੀਕ ਗੱਲ ਕਰਦੇ ਹਾਂ, ਜਦੋਂ ਦਿੱਲੀ ਸੀਗੇ, ਇਹ ਗੱਲ ਕਹੀ ਸੀ ਵੀ ਮੈਨੂੰ ਇਹ ਲੱਗਦਾ ਹੈ ਵੀ ਸ਼ਾਇਦ ਅੱਜ ਤਾਂ ਚਰਨਜੀਤ ਚੰਨੀ ਜਿਹੜੇ ਆ ਕੈਂਡੀਡੇਟ ਹੋ ਸਕਦੇ ਆ ਭਵਿੱਖ ਦੇ ਵਿੱਚ ਵੀ 2022 ਦੀ ਇਲੈਕਸ਼ਨ ਵਾਸਤੇ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਹੁਣ ਚੰਨੀ ਨੂੰ ਪਾਸੇ ਕਰਨਾ ਕਾਂਗਰਸ ਪਾਰਟੀ ਵਾਸਤੇ ਔਖਾ ਹੈ। ਪਰ ਆਉਂਦੇ 2-3 ਸਾਲਾਂ ਤੱਕ ਕਾਂਗਰਸ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਦੇ ਸਭ ਤੋਂ ਮਹੱਤਵਪੂਰਨ ਚਿਹਰੇ ਜੇ ਕੋਈ ਬਣਨੇ ਆ ਤਾਂ ਉਹ ਮਨਪ੍ਰੀਤ ਬਾਦਲ ਤੇ ਸੁਨੀਲ ਜਾਖੜ ਬਣਨੇ ਆ। ਨਵਜੋਤ ਸਿੱਧੂ ਕਿਤੇ ਪਿੱਛੇ ਰਹਿ ਜਾਣਗੇ। ਨਵਜੋਤ ਸਿੱਧੂ ਜਿਹੜੇ ਆ ਉਹਨਾਂ ਨੂੰ ਸਹੀ ਥਾਂ ਜਿਹੜੀ ਹੈ ਉਹ ਹਾਈ ਕਮਾਨ ਨੇ ਆਪਣੇ ਢੰਗ ਨਾਲ ਦਿਖਾਉਣੀ। ਅੱਜ ਨਹੀਂ ਤਾਂ ਕੱਲ। ਕੀ ਅਸੀਂ ਸੋਚ ਸਕਦੇ ਸੀ ਅੱਜ ਤੋਂ ਮਹੀਨਾ ਪਹਿਲਾਂ ਵੀ ਜਿਸ ਢੰਗ ਦੇ ਨਾਲ ਕੈਪਟਨ ਅਮਰਿੰਦਰ ਨੂੰ ਪਾਸੇ ਕੀਤਾ ਗਿਆ, ਵੀ ਕੈਪਟਨ ਅਮਰਿੰਦਰ ਨੂੰ ਏਦਾਂ ਪਾਸੇ ਕੀਤਾ ਜਾ ਸਕਦਾ। ਅਸੀਂ ਵੀ ਕਹਿੰਦੇ ਰਹੇ ਹਾਂ ਵੀ ਇਹ ਬਹੁਤ ਮੁਸ਼ਕਲ ਹੈ,
ਕਾਂਗਰਸ ਹਾਈ ਕਮਾਨ ਜਿਹੜਾ ਆ ਇਹ ਆਖਰੀ ਸਮੇਂ 'ਚ ਏਦਾਂ ਦਾ ਫੈਸਲਾ ਨਹੀਂ ਕਰ ਪਾਏਗੀ, ਪਰ ਕਰ ਲਿਆ ਨਾ ਉਹਨਾਂ ਨੇ। ਜਿਹੜੇ ਕੈਪਟਨ ਅਮਰਿੰਦਰ ਨੂੰ ਇਸ ਤਰ੍ਹਾਂ ਪਾਸੇ ਕਰ ਸਕਦੇ ਆ, ਉਹਨਾਂ ਵਾਸਤੇ ਨਵਜੋਤ ਸਿੰਘ ਸਿੱਧੂ ਕੀ ਹੈ? ਨਵਜੋਤ ਸਿੰਘ ਸਿੱਧੂ ਨੂੰ ਇੱਕ ਟੂਲ ਦੇ ਤੌਰ ਤੇ ਯੂਜ਼ ਕੀਤਾ ਗਿਆ ਪੰਜਾਬ ਦੇ ਵਿੱਚ, ਤੇ ਉਹ ਉਸੇ ਤਰ੍ਹਾਂ ਉਹਦਾ ਯੂਜ਼ ਜਿੰਨਾ ਚਿਰ ਉਹਨਾਂ ਨੂੰ ਚਾਹੀਦਾ ਹੋਏਗਾ ਕਰਨਗੇ। ਮੁੜ ਕੇ ਉਹਨਾਂ ਨੂੰ ਪਾਸੇ ਵੀ ਕੀਤਾ ਜਾ ਸਕਦਾ ਹੈ, ਤੇ ਪਾਸੇ ਕਰਨ ਦੀ ਛੋਟੀ ਜਿਹੀ ਕੋਸ਼ਿਸ਼ ਦੇ ਤੌਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੀ ਉਸ ਫਰੇਮ 'ਚ ਹੁਣ ਉਹ ਨਜ਼ਰ ਨਹੀਂ ਆ ਰਹੇ, ਜਿਸ ਫਰੇਮ ਦੇ ਵਿੱਚ ਉਹ ਪਹਿਲੇ ਦਿਨਾਂ 'ਚ ਨਜ਼ਰ ਆ ਰਹੇ ਸੀ ਚੰਨੀ ਦੇ ਨਾਲ। ਜੀ ਮਸਲਾ ਹਮੇਸ਼ਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਨਾ ਉਹ ਨਹੀਂ ਬੁਲਾਉਂਦੀਆਂ ਸਰਕਾਰਾਂ। ਇਹ ਪੁਰਾਣੀ ਪ੍ਰਤੀ ਸ਼ੁਰੂ ਹੋ ਗਈ, ਕਈ ਸਾਲਾਂ ਤੋਂ ਹੋ ਰਹੀ ਆ ਕਿ ਇੱਕ ਅੱਧਾ ਦਿਨ ਬੁਲਾਓ, 2 ਦਿਨ ਲਈ ਬੁਲਾਓ, ਇੱਕ ਦਿਨ ਦੇ ਵਿੱਚ ਕੋਈ ਸ਼ੋਕ ਮਤੇ ਜੇ ਕਰ ਲਓ, ਕੋਈ ਆਏ ਗਏ ਮੈਂਬਰ ਵਾਸਤੇ, ਕੋਈ ਲੀਡਰ ਗੁਜ਼ਰ ਗਿਆ ਤੇ ਉਹਦਾ ਕਰ ਲਓ, ਤੇ ਅਗਲੇ ਦਿਨ ਇੱਕ ਅੱਧਾ ਆਪਣਾ ਮਤਾ ਜਿਹਾ ਪੇਸ਼ ਕਰੋ ਤੇ ਛੁੱਟੀ ਕਰ ਲਓ। ਜਿਹੜੇ ਮੈਂਬਰ ਹੁੰਦੇ ਆ ਅਸੈਂਬਲੀ ਦੇ, ਉਹਨਾਂ ਨੂੰ ਤੇ ਆਪਣੀ ਕੋਈ ਕੰਮ ਕਰਨ ਦਾ ਮੌਕਾ ਮਿਲਦਾ ਹੀ ਨਹੀਂਗਾ। ਮਤਲਬ ਇਹ ਆ ਕਿ 5-7 ਬੰਦੇ, ਜਾਂ ਜਿਹੜੇ 5-7 ਬੰਦੇ ਵੀ ਕਹਦੇ ਕੈਪਟਨ ਸਾਹਿਬ ਵੇਲੇ ਤੇ ਉਹਨਾਂ ਦੇ ਸਲਾਹਕਾਰ ਹੀ ਚਲਾਉਂਦੇ ਸੀ ਸਰਕਾਰ, ਤੇ ਹੁਣ ਵੀ ਇਦਾਂ ਹੀ ਆ ਕਿ ਜੇ ਇਹਨਾਂ ਨੇ ਕੋਈ ਸੈਸ਼ਨ ਨਾ ਸੱਦਿਆ, ਘੱਟੋ ਘੱਟ ਜਿਹੜੇ 90 ਦਿਨ ਆ ਚੋਂ 8-10 ਦਿਨ ਦਾ ਇੱਕ ਸੈਸ਼ਨ ਸੱਦ ਕੇ ਪੰਜਾਬ ਦੇ ਜਿੰਨੇ ਮਸਲੇ ਆ ਉਹਨਾਂ ਵੱਲ ਸਿੱਧਤ ਹੋਣਾ ਚਾਹੀਦਾ ਹੈ। ਉੱਥੇ ਕੋਈ ਬਿੱਲ ਲਿਆ ਕੇ ਜਾਂ ਉੱਥੇ ਕੋਈ ਮਤੇ ਪਾਸ ਕਰਕੇ, ਜਿੱਦਾਂ ਪਾਣੀਆਂ ਦਾ ਮਤਾ ਪੇਸ਼ ਕੀਤਾ ਸੀਗਾ, ਤੇ ਕੱਲੀ ਚਿੱਠੀ ਲਿਖਣ ਨਾਲ ਤੇ ਗੱਲ ਨਹੀਂ ਬਣਨੀ ਕਿ ਪੰਜਾਬ ਕਹਿੰਦਾ ਕਿ ਮਤੇ ਰੱਦ ਕਰੋ। ਇਹ ਆਪਣੀ ਅਸੈਂਬਲੀ 'ਚ ਕਿਉਂ ਨਹੀਂ ਮਤਾ ਪਾਸ ਕਰਦੇ ਵੀ ਪੰਜਾਬ ਇਹ ਲਾਗੂ ਨਹੀਂ ਕਰਦਾ, ਤੁਸੀਂ ਰੱਦ ਕਰੋ ਜੀ ਇਹਨਾਂ ਨੂੰ। ਤੇ ਜਿਹੜੇ ਹੋਰ ਵੀ ਮਸਲੇ ਨੇ ਉਹਨਾਂ ਨੂੰ ਅਸੈਂਬਲੀ 'ਚ MLA ਸਾਰੇ ਜਿਹੜੇ ਆ ਉਹਨਾਂ ਦੀ ਹਾਜ਼ਰੀ 'ਚ ਕਿਉਂ ਨਹੀਂ ਵਿਚਾਰਦੇ? ਡੈਮੋਕ੍ਰੇਸੀ ਤੇ ਇਹੀ ਹੈ ਨਾ ਜੀ। ਬੜਾ ਵਾਜਬ ਸਵਾਲ ਹੈ ਗਿੱਲ ਸਾਹਿਬ ਤੁਹਾਡਾ। ਹਾਂਜੀ, ਇਹ ਸਵਾਲ ਅਸਲ 'ਚ ਨਵਜੋਤ ਸਿੰਘ ਸਿੱਧੂ ਨੂੰ ਚਾਹੀਦਾ ਕਰਨਾ ਵੀ ਤੁਸੀਂ ਜਿਹੜੇ ਰੌਲਾ ਪਾਉਂਦੇ ਸੀ, ਇੱਕ ਦਿਨ ਦਾ ਸੈਸ਼ਨ ਬੁਲਾਇਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ, ਤੇ ਰੌਲਾ ਪਾਇਆ ਇਹਨੇ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਕਿਉਂ ਨਹੀਂ 5 ਦਿਨ ਦਾ 7 ਦਿਨ ਦਾ ਸੈਸ਼ਨ ਕਿਉਂ ਨਹੀਂ ਹੋ ਸਕਦਾ। ਕੈਪਟਨ ਅਮਰਿੰਦਰ ਦੀ ਸਰਕਾਰ ਨੇ ਰੋਕਿਆ ਕਿ ਜਲਦੀ ਸੈਸ਼ਨ ਬੁਲਾਵਾਂਗੇ, ਇਹ ਸਪੈਸ਼ਲ ਸੈਸ਼ਨ ਇੱਕੋ ਦਿਨ ਰਹੂਗਾ। ਤੇ ਹੁਣ ਨਵਜੋਤ ਸਿੰਘ ਸਿੱਧੂ ਕਹਿਣ ਭਾਈ ਐਜ਼ ਏ ਪ੍ਰੈਜ਼ੀਡੈਂਟ ਕਹਿਣ ਵੀ ਪੰਜਾਬ ਦੀ ਗਵਰਨਮੈਂਟ ਬੁਲਾਵੇ ਸੈਸ਼ਨ। ਹੁਣ ਸਰਕਾਰ ਉਹਨਾਂ ਕੋਲ ਆ ਜਿਹੜੇ ਬਿਜਲੀ ਦੇ ਸਮਝੌਤੇ ਰੱਦ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਵੀ ਸਪੈਸ਼ਲ ਸੈਸ਼ਨ ਬੁਲਾਓ ਜੀ, ਬਿਜਲੀ ਦੇ ਸਮਝੌਤੇ ਉੱਥੇ ਰੱਦ ਕਰੋ, ਸਪੈਸ਼ਲ ਸੈਸ਼ਨ ਬੁਲਾਓ ਜੀ, ਖੇਤੀ ਕਾਨੂੰਨ ਉੱਥੇ ਰੱਦ ਕਰੋ। ਪੈਰਲਲ ਜਿਹੜੇ ਬਿੱਲ ਲਿਆਂਦੇ ਉਹ ਜਿਹੜੇ ਆ ਉਹ ਸਫੀਸ਼ੀਐਂਟ ਨਹੀਂ ਹੈਗਾ, ਤੇ ਉਹ ਰੱਦ ਕਰਨੇ ਚਾਹੀਦੇ ਆ। ਪੰਜਾਬ ਦੀ ਸਰਕਾਰ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਕਾਲ ਕਰਕੇ ਉੱਥੇ ਖੇਤੀ ਕਾਨੂੰਨ ਰੱਦ ਕਰੇ, ਇਹ ਮੰਗ ਨਵਜੋਤ ਸਿੰਘ ਸਿੱਧੂ ਦੀ ਸੀ ਨਾ। ਤੇ ਹੁਣ ਕਿਉਂ ਨਹੀਂ ਉਹ ਆਪਣੇ ਮੁੱਖ ਮੰਤਰੀ ਨੂੰ ਇਹ ਸਲਾਹ ਦਿੰਦੇ ਵੀ ਬੁਲਾਓ ਸੈਸ਼ਨ? ਹੁਣ ਤਾਂ ਕੈਬਨਿਟ ਦਾ ਜਿਹੜੀ ਮੀਟਿੰਗ ਹੀ ਆ ਉਹ ਨਹੀਂ ਸਹੀ ਢੰਗ ਨਾਲ ਹੋ ਪਾਈ। ਕੱਲ ਇੱਕ ਲਾਈਨ ਦਾ ਮਤਾ ਪਾਸ ਕੀਤਾ, ਬਾਕੀ ਸਾਰੇ ਜਿਹੜੇ ਇਸ਼ੂਜ਼ ਜਿਹੜੇ ਆ ਉੱਤੇ ਲੀਕ ਫੇਰਤੀ, ਕੋਈ ਨਹੀਂ ਅਗਲੀ ਮੀਟਿੰਗ 'ਚ ਕਰਾਂਗੇ। ਬਾਅਦ ਵਿੱਚ ਤੁਸੀਂ ਖਾਣਾ ਖਾਓ, ਜੋ ਮਰਜ਼ੀ ਕਰੋ, ਉੱਥੇ ਜੋ ਮਰਜ਼ੀ ਚਰਚਾ ਕਰੀ ਜਾਓ, ਪਰ ਫਾਰਮਲੀ ਜੇ ਕੈਬਨਿਟ 'ਚ ਬੈਠੇ ਹੋ ਤਾਂ ਤੁਸੀਂ ਕਿਉਂ ਨਹੀਂ ਵਿਚਾਰਦੇ? ਕੈਬਨਿਟ 'ਚ ਇਹੀ ਵਿਚਾਰ ਕਰਕੇ ਉੱਠ ਜਾਂਦੇ ਵੀ ਚਲੋ ਠੀਕ ਆ, ਜਦੋਂ ਪੋਰਟਫੋਲੀਓ ਵੰਡੇ ਗਏ ਤੇ ਨਾਲ ਦੀ ਨਾਲ ਆਪਾਂ ਸੈਸ਼ਨ ਕਾਲ ਕਰੀਏ। ਅੱਜ ਭਲਕੇ ਜਿਹੜੇ ਆ ਉਹ ਮਹਿਕਮੇ ਵੰਡ ਦਈਏ ਤੇ ਨਾਲ ਦੀ ਨਾਲ ਸੈਸ਼ਨ ਕਾਲ ਕਰੀਏ, ਇਹੀ ਵਿਚਾਰ ਕਰ ਲੈਂਦੇ। ਨਹੀਂ, ਕੁਝ ਨਹੀਂ ਹੋਇਆ। ਸੋ ਇਹ ਹੁਣ ਜਿਹੜਾ ਸਮਾਂ ਆ ਬੜਾ ਨਾਜ਼ੁਕ ਜਿਹਾ ਸਮਾਂ ਆ। ਸਰਕਾਰ ਨੂੰ ਕੁਝ ਨਾ ਕੁਝ ਇਸ ਢੰਗ ਦੇ ਨਾਲ ਜ਼ਰੂਰ ਕਰਨਾ ਪਏਗਾ ਕਿ ਲੋਕ ਜਿਹੜੇ ਆ, ਜਿਨ੍ਹਾਂ ਦੇ ਲੋਕਾਂ ਦੇ ਮਨ 'ਚ ਜਿਹੜੀਆਂ ਉਮੀਦਾਂ ਜਾਗੀਆਂ ਸੀ, ਉਹਨਾਂ ਉਮੀਦਾਂ ਵੱਲ ਲੋਕ ਜਿਹੜੇ ਦੇਖ ਰਹੇ ਆ, ਤੇ ਉਹ ਉਮੀਦਾਂ ਕਿਤੇ ਨਾ ਕਿਤੇ ਥੋੜ੍ਹੀਆਂ ਬਹੁਤ ਹੀ ਸਹੀ ਪੂਰੀਆਂ ਹੁੰਦੀਆਂ ਦਿਖਾਈ ਦੇਣ। ਪਰ ਮੁਸ਼ਕਲ ਹੈ, ਬਹੁਤ ਜ਼ਿਆਦਾ ਮੁਸ਼ਕਲ ਹੈ, ਤੇ ਬਹੁਤ ਜ਼ਿਆਦਾ ਕੁਝ ਜਿਹੜਾ ਇਨਕਲਾਬੀ ਤਬਦੀਲੀ ਦੀ ਜਿਹੜੀ ਉਮੀਦ ਉਹ ਕੀਤੀ ਵੀ ਨਹੀਂ ਜਾ ਸਕਦੀ ਇਸ ਸਰਕਾਰ ਦੀ। ਜੀ ਦਸਾਂਝ ਸਾਹਿਬ, ਸਮਾਂ ਆਪਣਾ ਹੋ ਗਿਆ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਗੱਲਾਂ ਕਰਾਂਗੇ। ਬਾਕੀ ਪਾਰਟੀਆਂ ਦੀਆਂ ਗੱਲ ਆਪਾਂ ਕੋਈ ਨਹੀਂ ਕਰ ਸਕੇ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਇਸ ਵੇਲੇ ਕੀ ਹਾਲ ਹੈ, ਕੀ ਚੱਲ ਰਿਹਾ, ਇਲੈਕਸ਼ਨ ਨੂੰ ਸਿੱਧਤ, ਦੂਜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਵੱਲ ਕੀ ਜਿਹੜਾ ਰਵੱਈਆ ਹੈ ਦੂਜੀਆਂ ਪਾਰਟੀਆਂ ਦਾ ਹੁਣ ਚੱਲ ਰਿਹਾ। ਇਕੱਲੀ ਕਾਂਗਰਸ ਦੇ ਦੁਆਲੇ ਹੀ ਸਾਰੀ ਸਿਆਸਤ ਜਿਹੜੀ ਆ ਉਹ ਘੁੰਮ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ। ਇੱਦਾਂ ਲੱਗਦਾ ਹੈ ਕਿ ਜਿਵੇਂ ਹੋਰ ਪੰਜਾਬ 'ਚ ਕੋਈ ਪੋਲੀਟੀਕਲ ਦਲ ਹੋਵੇ ਹੀ ਨਾ, ਸਿਰਫ ਕਾਂਗਰਸ ਦੀਆਂ ਹੀ ਗੱਲਾਂ ਕਰ ਰਹੇ ਆ ਤੇ ਉਹੀ ਖਬਰਾਂ ਬਣਦੀਆਂ ਨੇ। ਆਮ ਆਦਮੀ ਪਾਰਟੀ ਦੇ ਕੋਈ ਖਬਰ ਕਿਤੇ ਵੀ ਸਾਹਮਣੇ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਵੀ, ਉਹਨਾਂ ਦਾ ਕੀ ਹੋ ਰਿਹਾ, ਉਹ ਕੀ ਕੰਮ ਕਰ ਰਹੇ ਆ, ਅਕਾਲੀ ਦਲ ਅੱਗੇ ਕੀ ਸੋਚ ਰਿਹਾ। ਅਕਾਲੀ ਦਲ ਇੱਕ ਪਾਸੇ ਅਕਾਲੀਆਂ ਦੀ ਸਪੋਰਟ ਕਰ ਰਿਹਾ, ਕਿਸਾਨ ਮੋਰਚੇ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਖੁੱਲ੍ਹੇ ਸੀ ਅੱਜ, ਇਹ ਵੀ ਖਬਰਾਂ ਆ ਰਹੀਆਂ। ਸੋ ਦੋਗਲੇ ਚਿਹਰੇ ਸਭ ਦੇ ਹੀ ਆ ਜੀ, ਸਣੇ ਆਮ ਆਦਮੀ ਪਾਰਟੀ ਦੇ, ਅਕਾਲੀਆਂ ਦੇ ਤੇ ਕਾਂਗਰਸ ਦੀਆਂ ਤੇ ਗੱਲਾਂ ਆਪਾਂ ਰੋਜ਼ ਹੀ ਕਰਦੇ ਹਾਂ। ਕੱਲ ਨੂੰ ਫੇਰ ਕਰਾਂਗੇ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਮਿਹਰਬਾਨੀ।